जेकर गल करिए कैनेडा आस्ट्रेलिया तो सब तो वध जेकर स्टूडेंट फ्रेंडली कैनेडा है। कैनेडा ही क्यों चूज करते हैं विद्यार्थी? पंजाब जॉब अपॉर्चुनिटीज़ ऑलमोस्ट जीरो है, ऑलमोस्ट जीरो, क्योंकि जी भी IT मेजर कंपनीज है, दे डोंट हैव अ गुड सैटअप इन पंजाब। सो बच्चा कहता अगर 1 साल की फीस पे करके दैन आफ्टर दैट अगर मैंने PR मिल जाए 2 साल बाद, सो एट द एज ऑफ 20 to 23 ही बी अ PR ऑफ कैनेडा। सो बच्चा कहता अपॉर्चुनिटी मेरे को उत्थे ज़्यादा बेटर है एज कंपेयर टू इंडिया। किते ना किते उन्होंने अपॉर्चुनिटी दिखती है। इट्स नॉट लाइक कि जी बच्चा कहता जी अगर मैं कैनेडा चला गया मैं स्ट्रगल, देखो स्ट्रगल हर जगह की थोड़ी इनिशियल स्टेज पे, बट क्या वो स्ट्रगल ਤੁਹਾਡੇ ਲਈ रिवॉर्डिंग है? दैट्स द पॉइंट। अगर रिवॉर्डिंग है, देखो जी 3-4 साल बाद ਤੁਹਾਨੂੰ रिवॉर्डिंग हैगी है, PR मिलती है, तुम कंट्री ਦੇ ਵਿੱਚ अपॉर्चुनिटीज़ देखते हो, अच्छी जॉब्स है, अच्छी सैलरीज है, तो किते ना किते वो स्ट्रगल खत्म होके रिवॉर्डिंग बन जाती है। तो स्टूडेंट वीज़ा अप्लाई करने तो पहले ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਕੋਈ ਗਾਈਡ them with a proper counselling session ਕਿ ਜੀ ਕਿਹੜਾ ਕੋਰਸ ਤੁਹਾਨੂੰ ਲੈਣਾ ਚਾਹੀਦਾ ਹੈ, ਕਿਹੜਾ ਤੁਹਾਡੇ ਲਈ ਕਾਲਜ ਅੱਛਾ ਹੈ, ਕੀ ਫੀਸ ਸਟਰਕਚਰ ਹੈ, ਕਿੱਦਾਂ ਤੁਸੀਂ ਮੈਨੇਜ ਕਰਨਾ ਹੈ। ਸੋ A to Z ਜਿਹੜਾ from day one, like once the student is done with IELTS, ਸਾਡਾ ਰੋਲ ਸ਼ੁਰੂ ਹੋ ਜਾਂਦਾ ਹੈ ਕਿ ਜੀ ਅਸੀਂ ਉਹਨੂੰ ਪ੍ਰੋਪਰਲੀ ਗਾਈਡ ਕਰੀਏ ਤੇ ਸਟੂਡੈਂਟ ਵੀਜ਼ਾ ਇੱਕ ਫਲੂਐਂਟ ਤਰੀਕੇ ਦੇ ਨਾਲ, ਇੱਕ ਸਮੂਥ ਤਰੀਕੇ ਦੇ ਨਾਲ ਉਹਨੂੰ ਸਟੂਡੈਂਟ ਵੀਜ਼ਾ ਲੈ ਕੇ ਦਈਏ। ਹਰ ਇੱਕ ਸਟੂਡੈਂਟ ਜਿਨੇ ਕੈਨੇਡਾ ਜਾਣਾ ਹੈ, प्लीज़ इट्स अ रिक्वेस्ट, चूज़ योर कंसल्टेंट वाइजली। रीजन बीइंग ਤੁਹਾਡੇ ਫਿਊਚਰ ਦਾ ਸਵਾਲ ਹੈ। ਇੱਕ ਰਿਫਿਊਜ਼ਲ ਦੇ ਕੋਈ ਇੱਕ ਰੈੱਡ ਮਾਰਕ ਅੱਗੋਂ ਗ੍ਰੀਨ 'ਚ ਕਨਵਰਟ ਕਰਨਾ ਇਜ਼ ਵੈਰੀ ਡਿਫਿਕਲਟ। ਬਟ ਲੋਕ ਕਹਿ ਦਿੰਦੇ ਆ ਕਿ ਜੀ 2 ਰਿਫਿਊਜ਼ਲਾਂ ਬਾਅਦ ਵੀਜ਼ਾ ਆਇਆ, 3 ਰਿਫਿਊਜ਼ਲਾਂ ਬਾਅਦ ਵੀਜ਼ਾ ਆਇਆ, ਬਟ ਉਹਦੇ 'ਚ ਕਿੰਨਾ ਕੁ ਐਫਰਟ ਇਨਵੋਲਵਡ ਹੁੰਦਾ ਉਹ ਕੰਸਲਟੈਂਟ ਹੀ ਜਾਣਦਾ। ਰੀਜ਼ਨ ਬੀਇੰਗ ਕਿਉਂਕਿ ਤੁਹਾਡੇ ਗਰਾਊਂਡ ਵਰਕ ਹੀ ਖਰਾਬ ਹੋਇਆ ਹੁੰਦਾ। ਅਗਰ ਗਰਾਊਂਡ ਵਰਕ ਖਰਾਬ ਹੋ ਗਿਆ ਤੇ ਅੱਗੇ ਫਿਊਚਰ ਦੇ ਵਿੱਚ ਤੁਹਾਨੂੰ ਉਹਨੂੰ ਕਰੈਕਟ ਕਰਨਾ ਇਜ਼ ਵੈਰੀ ਡਿਫਿਕਲਟ। इंडिया ਦੇ ਵਿੱਚ ਕੋਈ ਵੀ ਮੈਰਿਜ ਹੁੰਦੀ ਹੈ, ਹਸਬੈਂਡ ਹਮੇਸ਼ਾ अर्निंग हैंड ਹੁੰਦਾ ज़्यादातर। मैं नहीं कहूँगा कि वाइफ्स काम नहीं करती, बट ज़्यादातर 70% केसेस ਦੇ ਵਿੱਚ अर्निंग हैंड हसबैंड ਹੁੰਦਾ। अगर हसबैंड की कोई अर्निंग नहीं हैगी, पेरेंट्स की ਜ਼ਮੀਨ हैगी है, हसबैंड कागज़ाਂ 'ਚ कुछ करता नहीं पिया, तो स्पाउस वीज़ा मिलेगा कितों? मैं एक ओपन चैलेंज दे रहा, ਜਿਹੜਾ ਵੀ ਸਟੂਡੈਂਟ ਸੋਚ ਰਿਹਾ ਹੈ ਕਿ ਜੀ ਆਪਣੇ ਸਪਾਊਸ ਨੂੰ ਲੈ ਕੇ ਜਾਣਾ, ਮੈਂ ਬਾਅਦ 'ਚੋਂ ਮੇਰੇ ਜਾਣ ਤੋਂ ਬਾਅਦ ਸਪਾਊਸ ਵੀ ਆਉਣਾ ਚਾਹੀਦਾ ਹੈ, ਯੂ ਡੂ ਦ ਪ੍ਰੋਸੈਸਿੰਗ ਥਰੂ ਅਸ। ਸਟੂਡੈਂਟ ਵੀਜ਼ਾ ਦੀ ਪ੍ਰੋਸੈਸਿੰਗ ਤੁਸੀਂ ਸਟਾਰਟ ਕਰੋ ਸਾਡੇ ਤੋਂ, ਅਸੀਂ ਤੁਹਾਡੇ ਸਪਾਊਸ ਦਾ ਵੀ ਕੇਸ ਨਾਲ ਪ੍ਰੋਸੀਡ ਕਰਾਂਗੇ। ਰੀਜ਼ਨ ਬੀਇੰਗ ਉਹਦੇ ਵੀ ਡਾਕੂਮੈਂਟਸ ਜੋ ਮੈਨੇਜ ਕਰਨ ਵਾਲੇ ਹੈ। ਫੀਸ ਆਫਟਰ ਵੀਜ਼ਾ ਦੀ ਤਾਂ ਇਹ ਉਹਦੇ ਤੇ ਵੀ ਚੱਲਦਾ, ਸਟੂਡੈਂਟ ਵੀਜ਼ਾ ਤੇ ਵੀ ਸਪਾਊਸ ਵੀਜ਼ਾ ਤੇ ਵੀ, ਦੋਨਾਂ ਤੇ ਐਪਲੀਕੇਬਲ ਹੈ। ਸੋ ਫੀਸ ਆਫਟਰ ਵੀਜ਼ਾ ਕਿਤੇ ਨਾ ਕਿਤੇ ਪ੍ਰਾਈਵੇਟ ਕਾਲਜਸ ਨੂੰ ਲੈ ਕੇ ਦਿੱਤਾ ਜਾਂਦਾ ਜਿੱਥੇ ਫੀਸ ਭੇਜੀ ਹੀ ਨਹੀਂ ਜਾਂਦੀ। GIC ਬੱਚੇ ਨੂੰ ਕਿਹਾ ਜਾਂਦਾ ਤੁਸੀਂ ਆਪ ਪੇ ਕਰ ਦਿਓ। ਇਟਸ ਮੋਰ ਆਫ ਅ ਗੈਂਬਲ, ਕਿ ਗੈਂਬਲ ਕੀਤਾ ਜਾਂਦਾ। ਅਗਰ ਦਾ ਵੀਜ਼ਾ ਆ ਗਿਆ 10-20 ਲੱਖ ਲੈ ਲਾਂਗੇ, ਨਾ ਆਇਆ ਤੇ ਸੌਰੀ ਕਹਿਣਾ, ਤੁਹਾਡੇ ਕਿਹੜਾ ਪੈਸੇ ਲੱਗੇ, ਤੇ ਬੱਚਾ ਖੁਸ਼ ਹੋ ਜਾਂਦਾ ਮੇਰਾ ਤਾਂ ਕੋਈ ਖਰਚਾ ਹੀ ਨਹੀਂ ਹੋਇਆ। ਬੈਨਸ ਫੀਸ ਆਫਟਰ ਵੀਜ਼ਾ ਦੇ ਕੇਸਿਸ ਦੇ ਵਿੱਚ ਲੱਗਦੇ ਆ, ਰਿਫਿਊਜ਼ਲਸ ਫੀਸ ਆਫਟਰ ਵੀਜ਼ਾ। ਬੱਚਾ ਇੰਨੇ 'ਚ ਹੀ ਖੁਸ਼ ਹੈ ਜੀ ਮੇਰੇ ਕਿਹੜਾ ਪੈਸੇ ਲੱਗੇ, ਮੇਰੇ ਘਰਦਿਆਂ ਦਾ 1 ਰੁਪਇਆ ਨਹੀਂ ਲੱਗਾ। ਉਹ 1 ਰੁਪਇਆ ਬੱਚਾ ਜਾਂ ਜੋ ਵੀ ਬਚਾਉਣ ਦੇ ਚੱਕਰ ਤੁਸੀਂ ਆਪਣੀ ਫੀਸ ਪੇ ਕਰੋ ਪ੍ਰੋਪਰਲੀ, ਜੋ ਤੁਹਾਡੀ ਆਫਰ ਲੈਟਰ ਤੇ ਫੀਸ ਮੈਂਸ਼ਨਡ ਹੈ ਪੇ ਕਰੋ, ਤੁਸੀਂ GIC ਪੇ ਕਰੋ। ਦੇਖੋ ਵੀਜ਼ਾ ਮਿਲਣਾ ਐਕੈਡੈਮਿਕਸ 40% ਇਜ਼ ਅ ਰੋਲ ਆਫ ਐਕੈਡੈਮਿਕਸ, 40% ਕਿਤੇ ਨਾ ਕਿਤੇ ਹਾਊ ਵੀ ਰਿਪਰੈਜ਼ੈਂਟ ਦ ਕੇਸ, ਉਹ ਉੱਥੇ ਸਾਡਾ 40%, ਬਾਕੀ 20% ਰੱਬ ਦੇ ਹੱਥ ਵੀ ਹੈਗਾ। ਦੇਖੋ ਜੀ ਉਹਨੇ ਅਗਰ ਤੁਹਾਡੇ ਕਿਸਮਤ 'ਚ ਲਿਖਿਆ ਤੁਸੀਂ ਜਾਣਾ ਹੀ ਜਾਣਾ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਦੇਖੋ ਜੀ ਲੋਕ ਕਾਫੀ ਕੰਸਲਟੈਂਟਸ ਹੀ ਕਹਿੰਦੇ ਆ ਕਿ ਜੀ ਫੀਸ ਆਫਟਰ ਵੀਜ਼ਾ, ਬੱਚੇ ਨੂੰ ਇਹ ਆਪਸ਼ਨ ਕਿਉਂ ਨਹੀਂ ਦਿੰਦੇ ਕਿ ਜੇ ਤੂੰ ਕਾਲਜ ਚੂਜ਼ ਕਰ, ਫੀਸ ਅਸੀਂ ਪੇ ਕਰਾਂਗੇ। ਉੱਥੇ ਉਹ ਗਲਤ ਹੋ ਜਾਣੇ। ਰੀਜ਼ਨ ਬੀਇੰਗ RBI ਦੀ ਗਾਈਡਲਾਈਨਸ ਦੇ ਅਗੇਂਸਟ ਚੱਲ ਜਾਣੇ। ਮੇਰੀ ਫੀਸ ਕੋਈ ਦੂਸਰਾ ਪੇ ਕਰ ਹੀ ਨਹੀਂ ਸਕਦਾ ਐਜ਼ ਪਰ RBI ਗਾਈਡਲਾਈਨਸ, ਐਜ਼ ਪਰ RBI ਨੋਰਮਸ। ਬੱਚੇ ਸਮਝਦੇ ਵੀ ਹੈ ਬਟ ਫਿਰ ਕਿਤੇ ਨਾ ਕਿਤੇ ਅਣਦੇਖਾ ਕਰ ਦਿੰਦੇ ਆ ਕਿਉਂਕਿ ਲੈਕ ਆਫ ਨੌਲੇਜ, ਲੈਕ ਆਫ ਅਵੇਅਰਨੈਸ। ਕਿਉਂ ਦਿੱਲੀ ਸਾਈਡ ਕਿਤੇ ਨਹੀਂ ਕਿਹਾ ਜਾਂਦਾ ਫੀਸ ਆਫਟਰ ਵੀਜ਼ਾ। ਤੁਸੀਂ ਬੰਬੇ ਚਲੇ ਜਾਓ, ਕੋਈ ਕੰਸਲਟੈਂਟ ਨਹੀਂ ਕਹਿੰਦਾ, ਦੇ ਆਰ ਵੈਰੀ ਗੁੱਡ ਰੈਪੂਟੇਡ ਕੰਪਨੀਜ਼। ਕਦੀ ਤੁਸੀਂ ਸੁਣਿਆ ਹੀ ਨਹੀਂ ਹੋਣਾ, ਕਦੀ ਐਡਵਰਟਾਈਜ਼ਮੈਂਟ ਹੀ ਨਹੀਂ ਚੱਲਦੀ ਫੀਸ ਆਫਟਰ ਵੀਜ਼ਾ। ਪੰਜਾਬ ਦੇ ਵਿੱਚ ਹੀ ਸਿਰਫ ਐਡਵਰਟਾਈਜ਼ਮੈਂਟ ਚੱਲਦੀ ਫੀਸ ਆਫਟਰ ਵੀਜ਼ਾ। ਜੇਕਰ ਗੱਲ ਕਰੀਏ ਟੂਰਿਸਟ ਵੀਜ਼ਾ, ਕਈ ਵਾਰ ਅਪਲਾਈ ਕਰ ਦਿੰਦੇ ਆ ਬਟ ਕਈ ਵਾਰ ਗੱਲ ਨਹੀਂ ਬਣ ਪੈਂਦੀ, ਤਾਂ ਕਿਹੜੇ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਸਕਸੈਸਫੁਲੀ ਤੁਹਾਨੂੰ ਟੂਰਿਸਟ ਵੀਜ਼ਾ ਜ਼ਰੂਰ ਮਿਲ ਜਾਏ? ਅਗਰ ਟੂਰਿਜ਼ਮ ਦੀ ਗੱਲ ਕਰੀਏ, ਹਰ ਕੰਟਰੀ ਚਾਹੁੰਦਾ ਜੀ ਮੈਂ ਆਪਣੇ ਕੰਟਰੀ ਦਾ ਟੂਰਿਜ਼ਮ ਵਧਾਵਾਂ, ਬਟ ਟੂਰਿਜ਼ਮ ਦਾ ਮਤਲਬ ਇਹ ਨਹੀਂ ਕਿ ਜੀ ਜਿਹੜਾ ਬੰਦਾ ਐਜ਼ ਅ ਟੂਰਿਸਟ ਆ ਰਿਹਾ ਉਹ ਬੈਗ ਚੁੱਕ ਕੇ ਕੰਮ 'ਤੇ ਜਾ ਰਿਹਾ। ਗੜਬੜ ਉੱਥੇ ਹੁੰਦੀ ਹੈ। ਪੰਜਾਬ ਦੇ ਲੋਕ ਅਗਰ ਐਜ਼ ਅ ਟੂਰਿਸਟ ਜਾਂਦੇ ਆ, ਮੈਂ ਕਹੂੰਗਾ 10 ਤੋਂ 12% ਲੋਕ ਕੁਛ ਐਸੇ ਵੀ ਹੈਗੇ ਜੀ ਅਗਰ 6 ਮਹੀਨੇ ਰਹਿਣਾ ਅਲਾਊਡ ਹੈ ਤੇ 4-5 ਮਹੀਨੇ ਆਰਾਮ ਨਾਲ ਕੰਮ ਕਰਕੇ ਆਉਂਦੇ। ਉਹ ਕਹਿੰਦੇ ਜੀ ਅਸੀਂ ਤਾਂ ਡਾਲਰ ਕਮਾ ਗਏ। ਇੱਥੇ ਓਬਵੀਅਸਲੀ $1 60 ਰੁਪਏ ਦਾ ਹੋ ਗਿਆ, ਇੰਨੀ ਅਰਨਿੰਗ ਤਾਂ ਇੱਥੇ ਹੈ ਨਹੀਂ। ਅੰਬੈਸੀ ਇਹ ਦੇਖਦੀ ਹੈ ਕਿ ਉਹਦੇ ਕੋਲ ਕੋਈ ਵਾਪਸ ਆਉਣ ਦਾ ਕਾਰਨ ਹੈਗਾ। ਵਾਪਸ ਆਉਣ ਦਾ ਕਾਰਨ ਇਨ ਦਾ ਸੈਂਸ
ਉਹਦੀ ਇੱਕ ਆਪਣੇ ਕੰਟਰੀ ਦੇ ਵਿੱਚ ਇਨਕਮ ਸਟੇਬਿਲਿਟੀ, ਇਕਨੋਮਿਕ ਸਟੇਬਿਲਿਟੀ ਹੈਗੀ ਹੈ। ਅਗਰ ਉਹ ਸਟੇਬਿਲਿਟੀ ਹੈਗੀ ਹੈ, ਡੈਫੀਨੇਟਲੀ ਉਹ ਉੱਥੇ ਨਹੀਂ ਰਹੇਗਾ। ਬਟ ਜਿਹਦੀ ਇਕਨੋਮਿਕ ਸਟੇਬਿਲਿਟੀ ਨਹੀਂ ਹੈਗੀ ਇੰਡੀਆ ਦੇ ਵਿੱਚ, ਜਿਹਦੀ ਇੱਕ ਪ੍ਰੋਪਰ ਇਨਕਮ ਨਹੀਂ ਹੈਗੀ, ਜਿਹਦੀ ਇੱਕ ਉਹ ਹੁੰਦੀ ਹੈ ਨਾ ਸਟੇਬਲ ਇਨਕਮ ਕਹਿੰਦੇ ਅਸੀਂ, ਕਿ ਜੇ ਅਗਰ ਮੈਂ ਸਾਲ ਦਾ 10 ਲੱਖ ਕਮਾ ਰਿਹਾ ਤੇ ਹਰ ਸਾਲ ਮੇਰੀ ਇਨਕਮ ਹੋ 10 ਲੱਖ, ਅਗਰ ਉਹ ਸਟੇਬਿਲਿਟੀ ਨਹੀਂ ਹੈਗੀ ਇਨਕਮ ਦੇ ਵਿੱਚ ਤੇ ਟੂਰਿਸਟ ਵੀਜ਼ਾ ਨਹੀਂ ਮਿਲਣਾ। ਸੋ ਟੂਰਿਸਟ ਵੀਜ਼ਾ ਦੇਖੋ ਹਰ ਕਿਸੇ ਨੂੰ ਨਹੀਂ ਮਿਲਦਾ। ਇਹ ਪੰਜਾਬ 'ਚ ਐਵੇਂ ਸੁਪਨੇ ਦਿਖਾਏ ਜਾਂਦੇ ਆ ਕਿ ਵੀ ਜਿਹੜਾ ਮਰਜ਼ੀ ਇੱਕ ਪਾਸਪੋਰਟ ਲੈ ਕੇ ਆ ਜਾਏ ਤੁਹਾਨੂੰ ਟੂਰਿਸਟ ਵੀਜ਼ਾ ਮਿਲ ਜਾਏ। ਨੋ ਰਿਐਲਿਟੀ, ਕੋਈ ਪ੍ਰੈਕਟੀਕਲ ਰਿਐਲਿਟੀ ਨਹੀਂ ਹੈਗੀ ਇਸ ਚੀਜ਼ ਦੇ ਵਿੱਚ। ਟੂਰਿਸਟ ਵੀਜ਼ਾ ਦੇਖੋ ਉਸ ਬੰਦੇ ਨੂੰ ਮਿਲਦਾ ਹੈ ਜਿਹਦਾ ਇੰਡੀਆ ਦੇ ਵਿੱਚ ਅੱਛਾ ਬੇਸ ਹੋ। ਉਹ ਕਹਿੰਦੇ ਜੀ ਫੀਸ ਆਫਟਰ ਅਸੀਂ ਵੀਜ਼ਾ ਲਵਾਂਗੇ, ਸਿਰਫ ਪਾਸਪੋਰਟ ਦੇ ਦਿਓ, ਨਾ ਪੈਨ ਕਾਰਡ ਲਿਆ ਜਾਂਦਾ, ਆਧਾਰ ਕਾਰਡ। ਸੋ ਇਹ ਨਾ ਮੈਨੂੰ ਨਹੀਂ ਸਮਝ ਆਉਂਦੀ ਹੈ ਕਿਉਂ ਲੋਕ ਫਸਦੇ ਆ ਚੱਕਰਾਂ 'ਚ ਕਿ ਤੁਸੀਂ ਚਾਹੁੰਦੇ ਕਿਉਂ। ਦੇਖੋ ਅਗਰ ਤੁਸੀਂ ਵਾਕਈ ਜੈਨੂਇਨਲੀ ਘੁੰਮਣ ਜਾਣਾ ਹੈ ਕੈਨੇਡਾ, ਸੋ ਦੇਰ ਇਜ਼ ਅ ਪ੍ਰੋਪਰ ਪ੍ਰੋਸੀਜਰ। ਤੁਸੀਂ ਆਪਣੀ ਡਾਕੂਮੈਂਟੇਸ਼ਨ ਪ੍ਰੋਪਰਲੀ ਰੈਡੀ ਕਰੋ। ਮੈਂ ਕਹਿੰਦਾ ਜੀ 2 ਮਹੀਨੇ ਲੱਗਣ, 4 ਮਹੀਨੇ ਲੱਗਣ, 6 ਮਹੀਨੇ ਲੱਗਣ, ਪਰ ਉਹਨੂੰ ਪ੍ਰੋਪਰਲੀ ਰੈਡੀ ਕਰੋ ਤੇ ਤੁਸੀਂ ਜ਼ਰੂਰ ਜਾਓਗੇ। ਅੱਜ ਦੀ ਡੇਟ 1000 ਕੰਸਲਟੈਂਟ ਬੰਦਾ ਜਾਂਦਾ, ਹਰ ਕੋਈ ਇਹ ਕਹਿੰਦਾ ਹੈ ਕਿ ਜੀ ਮੈਂ ਵੀਜ਼ਾ ਲਗਵਾ ਕੇ ਦੇਵਾਂਗਾ, ਕੋਈ ਇਹ ਨਹੀਂ ਕਹਿੰਦਾ ਨਹੀਂ ਲੱਗੇਗਾ। ਠੀਕ ਹੈ ਜੀ, ਹਰ ਕਿਸੇ ਨੂੰ ਪਤਾ ਹੈ ਕਿ ਜੀ ਮੈਂ ਚਾਹੇ ਵੀਜ਼ਾ ਲੱਗਾ ਨਾ ਲੱਗਾ, ਪ੍ਰੋਸੈਸਿੰਗ ਫੀਸ ਮੇਰੇ ਕੋਲ ਆ ਗਈ। ਬਟ ਕਿਆ ਤੁਹਾਨੂੰ ਇਹਨਾਂ ਦੇ ਐਨਾਲਾਈਜ਼ ਕਰ ਸਕਦੇ ਹੋ ਕਿ ਅਗਲਾ ਜੋ ਤੁਹਾਨੂੰ ਗਾਈਡ ਕਰ ਰਿਹਾ ਹੈ ਕਿਸ ਤਰੀਕੇ ਨਾਲ ਗਾਈਡ ਕਰ ਰਿਹਾ ਹੈ, ਜਾਂ ਜਿਹੜਾ ਤੁਹਾਨੂੰ ਪ੍ਰੋਸੀਜਰ ਦੱਸ ਰਿਹਾ ਵੈਦਰ ਇਟਸ ਰਾਈਟ ਪ੍ਰੋਸੀਜਰ। ਸੋ ਇਹ ਚੀਜ਼ ਦਾ ਧਿਆਨ ਰੱਖੋ। ਟੂਰਿਸਟ ਵੀਜ਼ਾ ਮੁਸ਼ਕਿਲ ਨਹੀਂ ਹੈ, ਬਟ ਥੋੜਾ ਪਲੈਨਿੰਗ ਵਾਲੀ ਚੀਜ਼ ਹੈ। ਅਗਰ ਗਲਤ ਜਗ੍ਹਾ ਲੈਂਡ ਕਰ ਗਏ, ਤੁਸੀਂ ਗਲਤ ਕੰਸਲਟੈਂਟ ਕੋਲ ਚਲੇ ਗਏ ਤੇ ਵੀਜ਼ਾ ਨਹੀਂ ਲੱਗਣਾ। ਤੇ ਜੇ ਕਿਸੇ ਦੀ ਉਮਰ 25 ਤੋਂ 30 ਸਾਲ ਦੇ ਵਿੱਚ ਹੈ, ਉਹਨਾਂ ਨੇ ਫਾਈਲ ਵੀ ਅਪਲਾਈ ਕਰਨੀ ਹੈ ਔਰ ਉਸ ਤੋਂ ਪਹਿਲੇ ਉਹ ਟੂਰਿਸਟ ਵੀਜ਼ਾ ਵੀ ਲਗਵਾਉਣਾ ਚਾਹੁੰਦੇ ਨੇ, ਤਾਂ ਇਹ ਪੋਸੀਬਲ ਹੈ? ਜੇ ਰਿਫਿਊਜ਼ਲ ਆ ਜਾਏ ਟੂਰਿਸਟ ਵੀਜ਼ਾ ਦੇ ਵਿੱਚ ਤਾਂ ਫਿਰ ਅੱਗੇ ਫਾਈਲ ਤੇ ਵੀ ਇੰਪੈਕਟ ਪਏਗਾ। ਬਿਕੋਜ਼ ਇੰਡੀਆ 'ਚ ਜਰਨਲੀ 23-24 ਸਾਲ ਤੱਕ ਹਰ ਬੰਦਾ ਪੜ੍ਹਦਾ। ਅਗਰ ਆਪਾਂ ਨੋਰਮਲ ਟ੍ਰੈਂਡ ਦੇਖੀਏ, ਇੰਜੀਨੀਅਰਿੰਗ ਕਰਨੀ ਹੈ ਜਾਂ ਬੀਕਾਮ ਕਰਨੀ ਹੈ ਜਾਂ ਮਾਸਟਰਸ ਕਰਨੀ, 23-24। ਸੋ ਇੱਕ ਸਟਾਰਟ ਹੁੰਦਾ ਕਰੀਅਰ ਦਾ। ਦੇਖੋ ਜੀ ਅਗਰ ਤਾਂ ਤੁਸੀਂ ਤੁਹਾਡੀ ਇਨਕਮ ਸਟੇਬਿਲਿਟੀ ਹੈਗੀ ਹੈ ਤੇ ਤੁਸੀਂ ਜ਼ਰੂਰ ਜਾ ਸਕਦੇ ਹੋ। ਅਗਰ ਇਨਕਮ ਸਟੇਬਿਲਿਟੀ ਨਹੀਂ ਹੈਗੀ, ਮੈਂ ਕਹੂੰਗਾ ਦੇਖੋ ਆਪਣਾ ਪ੍ਰੋਫਾਈਲ ਨਾ ਖਰਾਬ ਕਰੋ, ਕਿਉਂਕਿ ਕੈਨੇਡਾ ਗਲੋਬ ਤੇ ਜਦੋਂ ਮਰਜ਼ੀ ਘੁਮਾ ਲਿਓ, ਉੱਥੇ ਹੀ ਰਹਿਣਾ, ਕਿਤੇ ਨਹੀਂ ਜਾਣਾ। ਅੱਜ ਨਹੀਂ ਤਾਂ ਕੱਲ ਤੁਸੀਂ ਸਾਲ ਬਾਅਦ ਜਾਓ, 1.5 ਸਾਲ ਬਾਅਦ ਜਾਓ, ਬਟ ਆਪਣਾ ਪ੍ਰੋਫਾਈਲ ਨਾ ਕਿਤੇ ਇਫੈਕਟ ਕਰਨਾ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸਨੂਰ ਤਵਨ। ਅੱਜ ਕੱਲ੍ਹ ਬਾਹਰ ਜਾਣ ਦਾ ਚੱਲ ਪਿਆ ਹੈ, ਬਹੁਤ ਜ਼ਿਆਦਾ ਟ੍ਰੈਂਡ ਹੈ ਕਿ ਸਾਰੇ ਵਿਦਿਆਰਥੀ ਬਾਹਰ ਜਾਂਦੇ ਨੇ। ਪਰ ਜੇਕਰ ਅਸੀਂ ਗੱਲ ਕਰੀਏ ਸਟੂਡੈਂਟ ਫ੍ਰੈਂਡਲੀ ਕੰਟਰੀਜ਼ ਦੀ, ਤਾਂ ਕੈਨੇਡਾ, UK, ਆਸਟ੍ਰੇਲੀਆ ਸਭ ਤੋਂ ਜ਼ਿਆਦਾ ਫ੍ਰੈਂਡਲੀ ਮੰਨੀਆਂ ਜਾਂਦੀਆਂ ਨੇ। ਔਰ ਸਭ ਤੋਂ ਵੱਧ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਧ ਚਾਹਵਾਨ ਵਿਦਿਆਰਥੀ ਕੈਨੇਡਾ ਜਾਂਦੇ ਨੇ। ਤਾਂ ਕਿ ਕੈਨੇਡਾ ਹੀ ਕਿਉਂ ਚੁਣਿਆ ਜਾਏ? ਸਪਾਊਸ ਵੀਜ਼ਾ ਨੂੰ ਲੈ ਕੇ ਤੁਹਾਡੇ ਦਿਲ ਵਿੱਚ ਜਿੰਨੇ ਸਵਾਲ ਨੇ, ਸਟੂਡੈਂਟ ਵੀਜ਼ਾ ਨੂੰ ਲੈ ਕੇ ਰਿਫਿਊਜ਼ਲਸ ਕਿਉਂ ਆਉਂਦੀਆਂ ਨੇ, ਸਪਾਊਸ ਵੀਜ਼ਾ ਦੇ ਵਿੱਚ ਕਿਉਂ ਆਉਂਦੀਆਂ ਨੇ, ਸਟੂਡੈਂਟ ਵੀਜ਼ਾ 'ਚ ਕਿਉਂ ਆਉਂਦੀਆਂ ਨੇ, ਕਿਹੜੀਆਂ ਗਲਤੀਆਂ ਤੁਸੀਂ ਕਰ ਬੈਠਦੇ ਹੋ ਜਿਸ ਤੋਂ ਬਾਅਦ ਤੁਹਾਨੂੰ ਪਛਤਾਣਾ ਪੈਂਦਾ ਹੈ, ਵੱਖ-ਵੱਖ ਥਾਂ ਤੇ ਠੋਕਰਾਂ ਖਾਣੀਆਂ ਪੈਂਦੀਆਂ ਨੇ ਔਰ ਉਸ ਤੋਂ ਬਾਅਦ ਤੁਹਾਨੂੰ ਸਹੀ ਰਾਹ ਮਿਲਦਾ ਹੈ। ਤਾਂ ਤੁਸੀਂ ਠੋਕਰਾਂ ਨਾ ਖਾਓ, ਤੁਹਾਨੂੰ ਸਹੀ ਰਾਹ ਦੇਣ ਲਈ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਐਵੀਨਰ ਐਜੂਕੇਸ਼ਨਸ ਤੋਂ ਮਿਸਟਰ ਅਚਲ ਛਾਬੜਾ ਜੀ ਸਾਡੇ ਨਾਲ ਮੌਜੂਦ ਨੇ। ਤੁਹਾਡੇ ਦਿਲ ਦੇ ਵਿੱਚ ਕੈਨੇਡਾ ਦੇ ਵਿੱਚ ਸੈਟਲ ਹੋਣ ਨੂੰ ਲੈ ਕੇ ਜਿੰਨੇ ਵੀ ਸਵਾਲ ਨੇ, ਅੱਜ ਹਰ ਇੱਕ ਸਵਾਲ ਦਾ ਤੁਹਾਨੂੰ ਜਵਾਬ ਮਿਲੇਗਾ। ਤਾਂ ਬਿਨਾਂ ਦੇਰੀ ਦੇ ਸਵਾਗਤ ਕਰ ਲੈਂਦੇ ਆ ਅਚਲ ਛਾਬੜਾ ਜੀ ਦਾ। ਡੇਲੀ ਪੋਸਟ ਪੰਜਾਬੀ ਤੇ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ ਜੀ। ਜਿਸ ਤਰ੍ਹਾਂ ਅਸੀਂ ਗੱਲ ਕੀਤੀ ਤਾਂ ਅੱਜਕੱਲ ਚੱਲ ਪਿਆ, ਅੱਜਕੱਲ ਟ੍ਰੈਂਡ ਹੋ ਗਿਆ, ਬਾਹਰ ਜਾਣਾ ਹੀ ਜਾਣਾ ਹੈ। ਪੇਰੈਂਟਸ ਵੀ ਬੱਚਿਆਂ ਨੂੰ ਭੇਜਣਾ ਚਾਹੁੰਦੇ ਨੇ ਔਰ ਬੱਚੇ ਆਪ 12ਵੀਂ ਕਰਦੇ ਨੇ ਤਾਂ ਬਾਹਰ ਜਾਣਾ ਚਾਹੁੰਦੇ ਨੇ। ਜੇਕਰ ਗੱਲ ਕਰੀਏ ਕੈਨੇਡਾ, ਆਸਟ੍ਰੇਲੀਆ, ਤਾਂ ਸਭ ਤੋਂ ਵੱਧ ਜੇਕਰ ਸਟੂਡੈਂਟ ਫ੍ਰੈਂਡਲੀ ਹੈ ਕੈਨੇਡਾ ਹੈ। ਕੈਨੇਡਾ ਹੀ ਕਿਉਂ ਚੂਜ਼ ਕਰਦੇ ਨੇ ਵਿਦਿਆਰਥੀ? ਅੱਜ ਦੀ ਡੇਟ 'ਚ ਅਗਰ ਆਪਾਂ ਗੱਲ ਕਰੀਏ, ਇਹ ਸਵਾਲ ਦਾ ਜਵਾਬ ਹਰ ਇੱਕ ਸਟੂਡੈਂਟ ਦੇ ਸਕਦਾ ਜਿਹਨੇ 12th ਪਾਸ ਕੀਤੀ ਹੈ, ਰਾਈਟ। ਚਾਹੇ 21 ਪਾਸ ਆਊਟ ਹੈ, 2020 ਪਾਸ ਆਊਟ ਹੈ, 22 ਪਾਸ ਆਊਟ ਹੈ। ਆਪਾਂ ਕਰੋਨਾ ਦੇ ਟਾਈਮ 'ਚੋਂ ਨਿਕਲੇ, ਰਾਈਟ। ਉਸ ਤੋਂ ਬਾਅਦ ਹੁਣ ਸਟੂਡੈਂਟਸ ਲਈ ਸਟੱਡੀ ਆਪਸ਼ਨਸ ਆਉਂਦੀਆਂ। 12th ਤੋਂ ਬਾਅਦ ਇੰਜੀਨੀਅਰਿੰਗ ਕਰੀਏ, ਅਸੀਂ BCom ਕਰੀਏ, ਬੈਚਲਰਸ ਇਨ ਬਿਜ਼ਨਸ ਕਰੀਏ। ਬਟ ਇੰਡੀਆ 'ਚ ਸਟੂਡੈਂਟ ਕਹਿੰਦਾ ਜੀ ਅਗਰ ਮੈਂ 4 ਸਾਲ ਦੀ ਇੰਜੀਨੀਅਰਿੰਗ ਕਰ ਰਿਹਾ, ਉਸ ਤੋਂ ਬਾਅਦ ਮੇਰੇ ਕੋਲ ਸਕੋਪ ਕੀ ਹੈ? ਅੱਜ ਦੀ ਡੇਟ 'ਚ ਅਗਰ ਆਪਾਂ ਗੱਲ ਕਰੀਏ, ਦੇਖੋ ਇੰਜੀਨੀਅਰਿੰਗ ਕਾਲਜਿਸ ਦੀ ਫੀਸ ਇਜ਼ ਅਰਾਊਂਡ 2 ਲੱਖ ਰੁਪੀਸ ਪਰ ਐਨਮ। ਸੋ ਬੱਚਾ ਇੱਕ 8 ਲੱਖ ਰੁਪਏ ਇਨਵੈਸਟ ਕਰ ਰਿਹਾ। CSE ਇੰਜੀਨੀਅਰਿੰਗ ਸਭ ਤੋਂ ਜ਼ਿਆਦਾ ਸਟੂਡੈਂਟ ਕਰਦਾ, ਬਿਕੋਜ਼ ਓਬਵੀਅਸਲੀ IT ਜੌਬਸ ਜ਼ਿਆਦਾ ਹੈਗੀਆਂ। ਸੋ ਅਗਰ ਉਹ ਕਹਿੰਦਾ 8 ਲੱਖ ਰੁਪਇਆ ਮੈਂ ਇਨਵੈਸਟ ਕਰ ਰਿਹਾ, ਉਸ ਤੋਂ ਬਾਅਦ ਮੇਰੇ ਕੋਲ ਜੌਬ ਓਪਰਚੁਨਿਟੀਜ਼ ਹੈ। ਅਗਰ ਆਪਾਂ ਗੱਲ ਕਰੀਏ ਪੰਜਾਬ ਦੀ, ਪੰਜਾਬ 'ਚ ਜੌਬ ਓਪਰਚੁਨਿਟੀਜ਼ ਆਲਮੋਸਟ ਜ਼ੀਰੋ ਹੈਗੀਆਂ, ਆਲਮੋਸਟ ਜ਼ੀਰੋ, ਕਿਉਂਕਿ ਜਿਹੜੀ ਵੀ IT ਮੇਜਰ ਕੰਪਨੀਜ਼ ਹੈ ਦੇ ਡੋਂਟ ਹੈਵ ਅ ਗੁੱਡ ਸੈਟਅਪ ਇਨ ਪੰਜਾਬ। ਸੋ ਬੱਚਾ ਕਿਤੇ ਨਾ ਕਿਤੇ ਹੀ ਹੈਜ਼ ਟੂ ਟਰੈਵਲ ਟੂ ਨੋਇਡਾ, ਹੀ ਹੈਜ਼ ਟੂ ਟਰੈਵਲ ਟੂ ਬੈਂਗਲੋਰ। ਉਹ ਬੱਚੇ ਨੂੰ ਜੌਬ ਓਪਰਚੁਨਿਟੀ ਲੱਭਣ ਲਈ ਕਿਤੇ ਹੋਰ ਸਿਟੀ ਜਾਣਾ ਪੈਂਦਾ, ਫਿਰ ਉੱਥੇ ਸਟਰਗਲ ਕਰਦਾ, ਕਿਉਂਕਿ IITs ਦੇ ਪਾਸ ਆਊਟਸ ਆਉਂਦੇ ਹੈ, ਅੱਛੇ ਇੰਜੀਨੀਅਰਿੰਗ ਕਾਲਜ। ਸੋ ਬੱਚਾ ਇੱਕ ਐਵਰੇਜ ਇੰਜੀਨੀਅਰਿੰਗ ਕਾਲਜ 'ਚੋਂ ਪੜ੍ਹ ਕੇ ਹਮੇਸ਼ਾ ਸਟਰਗਲ ਕਰਦਾ ਕਿ ਜੀ ਮੈਨੂੰ ਜੌਬ ਓਪਰਚੁਨਿਟੀ ਨਹੀਂ ਮਿਲਣੀ। ਉਹੀ 12th ਦਾ ਬੱਚਾ ਕਹਿੰਦਾ ਜੀ ਅਗਰ ਮੈਂ ਸਿੱਧਾ ਕੈਨੇਡਾ ਚੱਲ ਜਾ, 2 ਸਾਲ ਦਾ ਡਿਪਲੋਮਾ ਲਵਾਂ ਜਾਂ 3 ਸਾਲ ਦਾ ਐਡਵਾਂਸ ਡਿਪਲੋਮਾ ਵੀ ਲਵਾਂ, ਮੈਂ ਕਿੰਨਾ ਸਪੈਂਡ ਕਰ ਰਿਹਾ? ਆਲਮੋਸਟ 10 ਲੱਖ
ਪਰ ਐਨਮ ਫੀਸ ਹੈਗੀ ਹੈ ਦੇਖੋ ਜੀ ਆਲਮੋਸਟ ਇੱਕ ਅੱਛੇ ਕਾਲਜ ਦੀ। ਬੱਚਾ ਕਹਿੰਦਾ ਜੀ 10 ਲੱਖ ਮੈਂ ਪੇ ਕੀਤਾ, GIC ਪੇ ਕੀਤਾ, GIC ਮੈਨੂੰ ਵਾਪਸ ਮਿਲ ਜਾਣਾ। ਉਸ ਤੋਂ ਇਲਾਵਾ ਜਿਹੜੀ ਮੈਂ ਸੈਕਿੰਡ ਈਅਰ ਦੀ ਫੀਸ ਹੈ ਮੈਂ ਕਿਤੇ ਨਾ ਕਿਤੇ ਆਪੇ ਮੈਨੇਜ ਕਰ ਲੈਣੀ ਪਾਰਟ ਟਾਈਮ ਕਰਕੇ, ਜਾਂ ਜਦੋਂ ਸਮੈਸਟਰ ਆਫ ਹੈ ਆਈ ਮੈਨੇਜ। ਸੋ ਬੱਚਾ ਕਹਿੰਦਾ ਅਗਰ 1 ਸਾਲ ਦੀ ਫੀਸ ਪੇ ਕਰਕੇ ਦੈਨ ਆਫਟਰ ਦੈਟ ਅਗਰ ਮੈਨੂੰ PR ਮਿਲ ਜੇ 2 ਸਾਲ ਬਾਅਦ, ਸੋ ਐਟ ਦ ਏਜ ਆਫ 20 to 23 ਹੀਲ ਬੀ ਅ PR ਆਫ ਕੈਨੇਡਾ। ਸੋ ਬੱਚਾ ਕਹਿੰਦਾ ਓਪਰਚੁਨਿਟੀ ਮੇਰੇ ਕੋਲ ਉੱਥੇ ਜ਼ਿਆਦਾ ਬੈਟਰ ਹੈ ਐਜ਼ ਕੰਪੇਅਰ ਟੂ ਇੰਡੀਆ। ਜੌਬ ਓਪਰਚੁਨਿਟੀਜ਼ ਹੈ ਨਹੀਂ, ਕਿਤੇ ਨਾ ਕਿਤੇ ਮੈਂ ਸਟਰਗਲ ਕਰਾਂਗਾ ਈਵਨ ਆਫਟਰ ਕੰਪਲੀਟਿੰਗ ਮਾਈ ਗ੍ਰੈਜੂਏਸ਼ਨ ਇਨ ਇੰਡੀਆ। ਸੋ ਬੱਚਾ ਕਹਿੰਦਾ ਜੀ ਕੈਨੇਡਾ ਇਜ਼ ਅ ਸੂਟੇਬਲ ਪਲੇਸ ਫॉर ਮੀ, ਇਟਸ ਬੈਟਰ ਆਈ ਗੋ ਹੈਡ ਐਂਡ ਡੂ ਆਇਲਟਸ। ਸੋ ਦੇਖੋ ਅੱਜ ਦੀ ਡੇਟ 'ਚ ਇੰਜੀਨੀਅਰਿੰਗ ਕਾਲਜਿਸ ਜਾਂ ਗ੍ਰੈਜੂਏਸ਼ਨ ਵਾਲੇ ਕਾਲਜਿਸ ਦੀ ਬਜਾਏ ਆਇਲਟਸ ਸੈਂਟਰਸ ਦੇ ਵਿੱਚ ਰਸ਼ ਹੈਗਾ। 12th ਕਰਦਾ ਬੱਚਾ ਕਹਿੰਦਾ ਜੀ ਆਇਲਟਸ ਕਰੀਏ। ਸੋ ਕਿਤੇ ਨਾ ਕਿਤੇ ਉਹਨੂੰ ਓਪਰਚੁਨਿਟੀ ਦਿਖਦੀ ਹੈ। ਇਟਸ ਨਾਟ ਲਾਈਕ ਕਿ ਜੀ ਬੱਚਾ ਕਹਿੰਦਾ ਜੀ ਅਗਰ ਮੈਂ ਕੈਨੇਡਾ ਚਲਾ ਗਿਆ ਮੈਂ ਸਟਰਗਲ, ਦੇਖੋ ਸਟਰਗਲ ਹਰ ਜਗ੍ਹਾ ਹੈਗੀ ਥੋੜੀ ਇਨੀਸ਼ੀਅਲ ਸਟੇਜ ਤੇ, ਬਟ ਕਿਆ ਉਹ ਸਟਰਗਲ ਤੁਹਾਡੇ ਲਈ ਰਿਵਾਰਡਿੰਗ ਹੈ? ਦੈਟਸ ਦ ਪੁਆਇੰਟ। ਅਗਰ ਰਿਵਾਰਡਿੰਗ ਹੈ, ਦੇਖੋ ਜੀ 3-4 ਸਾਲ ਬਾਅਦ ਤੁਹਾਨੂੰ ਰਿਵਾਰਡਿੰਗ ਹੈਗੀ ਹੈ, PR ਮਿਲਦੀ ਹੈ, ਤੁਸੀਂ ਕੰਟਰੀ ਦੇ ਵਿੱਚ ਓਪਰਚੁਨਿਟੀਜ਼ ਦੇਖਦੇ ਹੋ, ਅੱਛੀ ਜੌਬਸ ਹੈ, ਅੱਛੀ ਸੈਲਰੀਜ਼ ਹੈ, तो किते ना किते स्ट्रगल खत्म होके रिवॉर्डिंग बन जाती है। बट इंडिया दे विच फिर स्ट्रगल BCom कर ली, BCom तो बाद मैं MBA करन जाना है, इफ आई गो टू अ गुड कॉलेज 10 तो 12 लाख फीस है, मैं फिर स्टक आवां, आई विल स्टार्ट एट एन एवरेज सैलरी ऑफ 5 तो 6 लाख। सो बच्चा कहता जी कैनेडा इज़ बेटर। सो दैट इज़ द रीजन अज दी डेट फोकस कैनेडा ते है। देखो अगर उत्थे दी गल करिए कैनेडा दी कॉलेजेस भी बड़ा ध्यान दे रहे इंटरनेशनल स्टूडेंट्स। इट्स नॉट लाइक के दे आर गेटिंग मनी ते वो ध्यान नहीं दे रहे। एक स्टूडेंट सैटिस्फैक्शन इज़ देयर मोटिव, राइट। जेड़ा भी स्टूडेंट इंटरनेशनल स्टूडेंट अगर एक अच्छी हाई फीस पे करके आ रहा है, अच्छा अमाउंट पे करके आ रहा है, घट्टो घट्ट उन्होंने पढ़ाई अच्छी कराई जाए तो एक उन्होंने मोटिवेशन फैक्टर बूस्ट किया जाए, मोराल बूस्ट किया जाए, ताकि वो सक्सैसफुल करियर पाथ चूज कर पान। जी बिल्कुल। जेकर गल करिए स्टूडेंट वीज़ा की, क्योंकि बहुत सारे बच्चे स्टूडेंट वीज़ा लिए अप्लाई कर रहे हैं, बहुत ज़्यादा ट्रेंड है, तो स्टूडेंट वीज़ा अप्लाई करने तो पहले ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ? देखो जी स्टूडेंट वीज़ा इट्स नॉट अ कॉम्प्लीकेटेड प्रोसैस। टैक्नीकली जरूर हैगा चीज़। बच्चा एक 12th पास आउट है चाहे ग्रैजुएट है, उन्होंने आइल्स करना पैना, जो भी रिक्वायरमेंट्स हैगी कंट्री टू कंट्री, हर किसी कंट्री की अलग रिक्वायरमेंट्स है। कैनेडा डज हैव अ डिफरेंट रिक्वायरमेंट, ऑस्ट्रेलिया डज हैव अ डिफरेंट रिक्वायरमेंट। सो जो तुहाडी आइल्स रिक्वायरमेंट है पहले पूरी करो, उस तो बाद रिसर्च करो व्हाट इज़ अ गुड कोर्स फॉर यू, उस विच इज़ अ गुड कॉलेज फॉर यू, किहड़े प्रोविंस से तुहानूं जाके फायदा है। देखो जी वी बीइंग अ कंसलटेंट्स इत्थे साडी ड्यूटी आती है, क्योंकि एक बच्चा जिहड़ा रिसर्च नहीं प्रॉपरली कर पाता या उन्होंने नॉलेज नहीं हैगी। 12th पास बच्चा 18-19 की एज दे विच एक बाहर जाना चाहता है, उन्होंने कोई नॉलेज नहीं हैगी, अगर वो रिसर्च करता है इंटरनेट पर यू नो विच इज़ अ गुड कॉलेज और कोर्सिज, बट क्या अगों उस कोर्स करके उस कोर्स तो बाद कोई जॉब अपॉर्चुनिटीज़ हैगियां अगों दे PR ਲਈ ईजी रहेगा वो कोर्स। सो इत्थे साडा रोल आंदा है, ठीक है जी। वी एज अ कंसलटेंट वी गाइड दैम विद अ प्रॉपर काउंसलिंग सैशन कि जी किहड़ा कोर्स तुहानूं लैना चाहिए, किहड़ा तुहाडे लई कॉलेज अच्छा है, की फीस स्ट्रक्चर है, किद्दां तुसीं मैनेज करना है। सो A to Z जिहड़ा यू नो फ्रॉम डे 1 लाइक वंस द स्टूडेंट इज़ डन विद आइल्स साडा रोल शुरू हो जाता है कि जी असीं उहनूं प्रॉपरली गाइड करिए ते स्टूडेंट वीज़ा एक फ्लूएंट तरीके दे नाल एक ਸਮੂਥ ਤਰੀਕੇ ਦੇ ਨਾਲ ਉਹਨੂੰ ਸਟੂਡੈਂਟ ਵੀਜ਼ਾ ਲੈ ਕੇ ਦਈਏ। ਜੀ ਭਾਵੇਂ ਅਸੀਂ ਸਾਰੀ ਗੱਲਾਂ ਦਾ ਧਿਆਨ ਰੱਖ ਲਈਏ, ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਔਰ ਉਹ ਕਮੀ ਬਣ ਜਾਂਦੀ ਹੈ ਰਿਫਿਊਜ਼ਲ ਦਾ ਕਾਰਨ। ਉਹ ਕਿਹੜੀਆਂ ਕਮੀਆਂ ਨੇ ਜੋ ਰਿਫਿਊਜ਼ਲ ਦਾ ਕਾਰਨ ਬਣਦੀ? ਸੀ ਰਿਫਿਊਜ਼ਲ ਦਾ ਕਾਰਨ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਸਟੂਡੈਂਟ ਕੋਰਸ ਸਿਲੈਕਸ਼ਨ ਨੂੰ ਲੈ ਕੇ, ਦੇਖੋ ਹਰ ਕਿਸੇ ਦਾ ਅੱਜ ਦੀ ਡੇਟ ਰਿਲੇਟਿਵ ਹੈਗਾ ਜੀ ਕੈਨੇਡਾ ਦੇ ਵਿੱਚ। ਉਹਨੂੰ ਅਗਰ ਉਹ ਰਿਲੇਟਿਵ ਬਰੈਂਪਟਨ 'ਚ ਬੇਸਡ ਹੈ, ਸਟੂਡੈਂਟ ਕਹਿੰਦਾ ਜੀ ਮੈਨੂੰ ਕੋਰਸ ਚਾਹੀਦਾ ਜਿਹੜਾ ਮਰਜ਼ੀ ਦੇ ਦਿਓ, कॉलेज शुड बी इन ब्रैम्पटन। हुण ब्रैम्पटन दे देर लिमिटेड कॉलेजेस, राइट। उन्होंने मिसिसॉगा भी ऑप्शन दे देना, कहता नहीं मैं ब्रैम्पटन ही जाना। फिर किते ना किते कंसलटेंट किते ना किते गलती कर जाता है कि जी स्टूडेंट नूं कोर्स कुछ होर देता, रेलीवेंसी बना नहीं पाया। अगर रेलीवेंसी नहीं हैगी उन्होंने एक्सप्लेन नहीं कर पाया। सो दैट इज़ वेरी इंपॉर्टेंट। कोर्स सिलैक्शन नूं लैके मैं अज दा नहीं, मैं किन्ने सालां दा कह रहा, स्टूडेंट शुड बी पर्टिकुलर अबाउट कोर्स सिलैक्शन। सो किहड़े कोर्स जा रहे हो, अगर रेलीवेंट नहीं है तुहाडे चाहे पढ़ाई नाल, अगर तुसीं 12th कॉमर्स की तुसीं कोई होर कॉमर्स रिलेटिड सबजैक्ट नहीं लै रहे या कोर्स नहीं लै रहे, घट्टो घट्ट उन्होंने एक्सप्लेन तो करो। अपने SOP दे विच प्रॉपरली उन्होंने मैंशन करो वाई आई हैव चूजन दिस कोर्स, वॉट आर द फ्यूचर prospects after I finish this particular course। ਤੇ ਉਹ ਇੰਡੀਆ ਦੇ ਵਿੱਚ this course ਉਹਨੂੰ ਕੰਪੈਰੀਜ਼ਨ ਜ਼ਰੂਰ ਕਰੋ ਜੀ ਕਿ ਇੰਡੀਆ ਦੇ ਵਿੱਚ ਅਗਰ ਮੈਂ ਕੋਰਸ ਕਰਾਂ ਤੇ ਮੈਨੂੰ ਉਹ ਫਾਇਦਾ ਨਹੀਂ ਮਿਲਣਾ ਜੋ ਮੈਨੂੰ ਕੈਨੇਡਾ ਜਾ ਕੇ ਮਿਲਣਾ। ਸੋ ਥੀਸ ਆਰ ਦਾ ਇੰਪੋਰਟੈਂਟ ਫੈਕਟਰਸ ਜੀ। ਸਟੂਡੈਂਟ ਨੂੰ ਦੇਖੋ ਕੁਛ ਨਾ ਕੁਛ ਸਾਡੇ ਇੰਡਸਟਰੀ ਦੀ ਮੈਂ ਕਹੂੰਗਾ ਗਲਤੀਆਂ ਹੈਗੀਆਂ। ਅਸੀਂ ਵੀ ਸਟਾਫ ਰੱਖਿਆ, ਰਾਈਟ, ਬਟ ਕਿਤੇ ਨਾ ਕਿਤੇ ਸਟਾਫ ਦੀ ਟ੍ਰੇਨਿੰਗ ਨੂੰ ਲੈ ਕੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਬਿਕੋਜ਼
they are only given their targets, right? You have to achieve your targets, or targets student ਦੇ refusals ਬਣ ਜਾਂਦੀਆਂ। ਰੀਜ਼ਨ ਬੀਇੰਗ they don't have a proper knowledge, they don't do proper research। ਸਿਰਫ ਇੰਟਰਨੈਟ ਤੋਂ ਦੇਖਿਆ ਜੀ ਜਾਂ ਕੋਰਸ ਲਿਸਟ ਹੈਗੀਆਂ ਤੁਹਾਡੇ ਕੋਲ, ਅੱਛਾ ਇਹ ਕੋਰਸ ਅਵੇਲੇਬਲ ਹੈ, ਦੇ ਦਿਓ ਸਟੂਡੈਂਟ ਨੂੰ। ਕੋਈ ਰੈਲੇਵੈਂਸੀ ਆਪਾਂ ਨਹੀਂ ਦੇਖੀ, ਕੁਝ ਨਹੀਂ ਦੇਖਿਆ। ਸੋ ਕਿਤੇ ਨਾ ਕਿਤੇ ਕੰਸਲਟੈਂਟਸ ਵੀ ਗਲਤ ਹੈਗੇ। ਸੋ ਸਟੂਡੈਂਟ ਹੈਜ਼ ਟੂ ਬੀ ਵੈਰੀ ਕੇਅਰਫੁਲ। ਜਿੰਨੇ ਵੀ ਬਾਹਰ ਪੜ੍ਹਨ ਜਾਣਾ ਹੈ, ਦੇਖੋ ਚਾਹੇ ਕੈਨੇਡਾ ਚਾਹੇ ਕਿਸੇ ਵੀ ਕੰਟਰੀ ਜਾਣਾ ਹੈ, ਸਟੂਡੈਂਟ ਨੂੰ ਪਾਰਟੀਕੂਲਰਲੀ ਅਗਰ ਆਪਣੀ ਰਿਸਰਚ ਨਹੀਂ ਹੈ ਪ੍ਰੋਪਰ ਹੈਗੀ ਤਾਂ ਕੰਸਲਟੈਂਟ ਹਮੇਸ਼ਾ ਵਾਈਜ਼ਲੀ ਚੂਜ਼ ਕਰੋ। ਰੀਜ਼ਨ ਬੀਇੰਗ ਵਿਦਾਊਟ ਨੌਲੇਜ ਇਫ ਯੂ ਗੋਨਾ ਲੈਂਡ yourself in a trouble। ਅਗਰ ਕੰਸਲਟੈਂਟ ਦੇ ਸਟਾਫ ਨੂੰ ਜਾਂ ਕੰਸਲਟੈਂਟ ਨੂੰ ਖੁਦ ਨੌਲੇਜ ਨਹੀਂ ਹੈਗੀ, ਸੋ ਹੀ ਇਜ਼ ਆਲਮੋਸਟ ਅ ਜ਼ੀਰੋ ਥਿੰਗ। ਤੁਸੀਂ ਪਿੰਡਾਂ 'ਚ ਦੇਖੋਗੇ ਅੱਜ ਦੀ ਡੇਟ everyone is opening ਕਿ ਜੀ ਇਹ ਕੰਸਲਟੈਂਟ ਆਫਿਸ ਖੋਲ੍ਹ ਲਿਆ, ਜਸਟ ਟੇਕ ਅ ਲਾਇਸੈਂਸ, ਆਫਿਸ ਖੁੱਲ੍ਹ ਗਿਆ। ਲਾਇਸੈਂਸ ਲੈਣ ਨਾਲ ਨੌਲੇਜ ਨਹੀਂ ਆਉਂਦੀ। ਨੌਲੇਜ it comes with the experience, it comes with the thorough research। अगर thorough research नहीं है consultant को, he is almost zero। So you have to be very careful। हर एक student जिन्हें Canada जाना है, please it's a request, choose your consultant wisely। reason being ਤੁਹਾਡੇ ਫਿਊਚਰ ਦਾ ਸਵਾਲ ਹੈ। ਇੱਕ ਰਿਫਿਊਜ਼ਲ ਦੇ ਕੋਈ ਇੱਕ ਰੈੱਡ ਮਾਰਕ ਅੱਗੋਂ ਗ੍ਰੀਨ 'ਚ ਕਨਵਰਟ ਕਰਨਾ ਇਜ਼ ਵੈਰੀ ਡਿਫਿਕਲਟ। ਬਟ ਲੋਕ ਕਹਿ ਦਿੰਦੇ ਆ ਕਿ ਜੀ 2 ਰਿਫਿਊਜ਼ਲਾਂ ਬਾਅਦ ਵੀਜ਼ਾ ਆਇਆ, 3 ਰਿਫਿਊਜ਼ਲਾਂ ਬਾਅਦ ਵੀਜ਼ਾ ਆਇਆ, ਬਟ ਉਹਦੇ 'ਚ ਕਿੰਨਾ ਕੁ ਐਫਰਟ ਇਨਵੋਲਵਡ ਹੁੰਦਾ ਉਹ ਕੰਸਲਟੈਂਟ ਹੀ ਜਾਣਦਾ। ਰੀਜ਼ਨ ਬੀਇੰਗ ਕਿਉਂਕਿ ਤੁਹਾਡੇ ਗਰਾਊਂਡ ਵਰਕ ਹੀ ਖਰਾਬ ਹੋਇਆ ਹੁੰਦਾ। ਅਗਰ ਗਰਾਊਂਡ ਵਰਕ ਖਰਾਬ ਹੋ ਗਿਆ ਤਾਂ ਅੱਗੇ ਫਿਊਚਰ ਦੇ ਵਿੱਚ ਤੁਹਾਨੂੰ ਉਹਨੂੰ ਕਰੈਕਟ ਕਰਨਾ ਇਜ਼ ਵੈਰੀ ਡਿਫਿਕਲਟ। ਸੋ ਕਿਉਂਕਿ ਦੇਖੋ ਇੱਕ ਵਾਰ ਤੁਸੀਂ ਜਿਹੜਾ ਡਾਟਾ ਪ੍ਰੈਜ਼ੈਂਟ ਕਰਤਾ ਹਾਈ ਕਮਿਸ਼ਨ ਦੇ ਅੱਗੇ, ਉਹ ਚੇਂਜ ਨਹੀਂ ਹੋਣਾ। ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ। ਚੂਜ਼ ਯੋਰ ਕੰਸਲਟੈਂਟ ਵਾਈਜ਼ਲੀ, ਚੂਜ਼ ਯੋਰ ਕੋਰਸ ਵਾਈਜ਼ਲੀ। ਅਗਰ ਰੈਲੇਵੈਂਟ ਨਹੀਂ ਹੈਗਾ, ਦੇਖੋ ਏਰੀਆ ਦੇ ਚੱਕਰ ਦੇ ਵਿੱਚ ਸਟੂਡੈਂਟ ਬਹੁਤ ਰਿਫਿਊਜ਼ਲ ਕਰਾਉਂਦਾ। ਸੋ ਏਰੀਆ ਦੇ ਚੱਕਰ 'ਚ ਨਾ ਰਿਫਿਊਜ਼ਲ ਕਰਾਓ। ਦੇਖੋ ਕੈਨੇਡਾ 2 ਸਾਲ ਦੀ ਪੜ੍ਹਾਈ ਲੈ ਕੇ ਜਾਂਦਾ ਬੱਚਾ ਡਿਪਲੋਮਾ। ਅਗਰ ਤੁਸੀਂ 2 ਸਾਲ ਕਿਤੇ ਨਾ ਕਿਤੇ ਆਪਣਾ ਐਡਜਸਟ ਕਰ ਲਓ ਮੁਸ਼ਕਿਲ ਨਾਲ, ਮੈਂ ਕਹੂੰਗਾ ਔਖੇ ਸੌਖੇ, ਸਾਰੀ ਜ਼ਿੰਦਗੀ ਪੈਸਾ ਹੀ ਕਮਾਉਣਾ। ਬਟ ਬੱਚਾ ਕਹਿੰਦਾ ਜੀ ਮੈਂ ਤਾਂ ਟੋਰੰਟੋ ਹੀ ਜਾਣਾ, ਮੇਰੇ ਬੰਦੇ ਨੇ ਉੱਥੇ, ਮੇਰੇ ਰਿਸ਼ਤੇਦਾਰ ਨੇ ਜੋਬ ਲੱਭੀ ਹੋਈ, ਮੈਂ ਜਾਂਦੇ ਹੀ ਜੋਬ ਲੱਗ ਜਾਣੀ। ਪਹਿਲੇ 2 ਸਾਲ ਸਟਰਗਲ ਦੇ ਆ, ਸਾਰੀ ਜ਼ਿੰਦਗੀ ਪੈਸਾ ਕਮਾਉਣਾ। ਸੋ ਬੱਚੇ ਨੂੰ ਧਿਆਨ ਨਾਲ ਚੱਲਣਾ ਚਾਹੀਦਾ। ਤਾਂ ਸਰ ਜਿਸ ਤਰ੍ਹਾਂ ਅੱਜ ਕੱਲ੍ਹ ਸਪਾਊਸ ਵੀਜ਼ਾ ਦਾ ਬਹੁਤ ਚੱਲਣ ਹੈ ਨਾ, ਮਾਡਰਨ ਡੇ ਦੇ ਵਿੱਚ ਸਾਰੇ ਕੰਟਰੈਕਟ ਮੈਰਿਜਸ ਵੀ ਬਹੁਤ ਹੋ ਰਹੀ ਹੈ ਪੰਜਾਬ ਦੇ ਵਿੱਚ। ਤਾਂ ਹਰ ਪਿੰਡਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕੰਟਰੈਕਟ ਮੈਰਿਜਸ ਹੋ ਰਹੀਆਂ ਔਰ ਕੁੜੀ ਜਾਂ ਮੁੰਡੇ ਦੇ ਬੇਸਿਸ 'ਤੇ ਬਾਹਰ ਜਾਇਆ ਜਾ ਰਿਹਾ ਹੈ। ਸਪਾਊਸ ਵੀਜ਼ਾ ਦੇ ਵਿੱਚ ਕਈ ਬਹੁਤ ਵਾਰ ਲੈਕ ਆਫ ਨੌਲੇਜ ਹੈ, ਅਵੇਅਰਨੈਸ ਹੈ, ਅਪਰੋਚ ਹੈ, ਰਿਫਿਊਜ਼ਲਸ ਆ ਜਾਂਦੇ ਨੇ, ਕਈ ਵਾਰ ਨਹੀਂ ਪਹੁੰਚ ਪਾਉਂਦਾ ਨਾਲ ਦਾ ਸਪਾਊਸ, ਉੱਥੇ ਪਹੁੰਚ ਨਹੀਂ ਪਾਉਂਦਾ ਉਹਨਾਂ ਦਾ ਕੰਪੈਨੀਅਨ। ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਸਪਾਊਸ ਵੀਜ਼ਾ ਸਕਸੈਸਫੁਲ ਹੋ ਜਾਏ? ਦੇਖੋ ਜੀ ਅਗਰ ਆਪਾਂ ਸਪਾਊਸ ਵੀਜ਼ਾ ਦੀ ਗੱਲ ਕਰੀਏ, ਕਿਤੇ ਨਾ ਕਿਤੇ ਇਹ ਸੱਚਾਈ ਹੈ ਪੰਜਾਬ ਦੇ ਵਿੱਚ ਕੰਟਰੈਕਟ ਮੈਰਿਜਸ ਹੁੰਦੀਆਂ, ਬਟ ਕੁਝ ਹੱਦ ਤੱਕ ਕੰਟਰੈਕਟ ਮੈਰਿਜਸ ਲਾਈਕ ਕਿ ਤੁਸੀਂ ਅੱਗੋਂ ਰਿਲੇਸ਼ਨਸ਼ਿਪ ਵਿੱਚ ਨਹੀਂ ਰਹਿਣਾ। ਬਟ ਜ਼ਿਆਦਾਤਰ ਮੈਰਿਜਸ ਦੀ ਆਪਾਂ ਜਿਹੜੀ ਗੱਲ ਕਰੀਏ ਉਹ ਹੁੰਦੀਆਂ ਕਿ ਜੀ ਲੜਕੀ ਨੂੰ ਕਿਹਾ ਜਾਂਦਾ ਕਿ ਜੀ ਤੁਸੀਂ ਆਇਲਟਸ ਕੀਤੀ ਹੈ, ਅਸੀਂ ਲੜਕਾ ਕਹਿੰਦਾ ਜੀ ਮੈਂ ਪੈਸੇ ਆਈਲ ਸਪੈਂਡ ਦ ਮਨੀ, ਜੋ ਪੈਸਾ ਲੱਗਣਾ ਤੇਰੀ ਪੜ੍ਹਾਈ ਤੇ, GIC ਤੇ, ਐਮਬੈਸੀ ਫੀਸ, ਜੋ ਵੀ ਟਰੈਵਲਿੰਗ ਐਕਸਪੈਂਸਿਸ ਮੈਂ ਬੇਅਰ ਕਰਾਂਗਾ। ਤੇ ਉਹ ਕੇਸ ਆਪਾਂ ਕੰਟਰੈਕਟ ਮੈਰਿਜ ਨਹੀਂ ਕਹਿ ਸਕਦੇ, ਬਿਕੋਜ਼ ਇੱਕ ਅੰਡਰਸਟੈਂਡਿੰਗ ਹੁੰਦੀ ਹੈ ਦੋਨਾਂ ਦੇ ਵਿੱਚ ਕਿ ਜੀ ਹਾਂ, ਮਤਲਬ ਮੈਂ ਨਹੀਂ ਕਹੂੰਗਾ ਯੂ ਆਰ ਮੇਡ ਫॉर ਈਚ ਅਦਰ ਵਾਲੀ ਕਹਾਣੀ ਹੁੰਦੀ ਹੈ, ਬਟ ਕਿਤੇ ਨਾ ਕਿਤੇ ਅੰਡਰਸਟੈਂਡਿੰਗ ਦੀ ਗੱਲ ਹੁੰਦੀ ਕਿ ਜੀ ਉਹ ਸਟੂਡੈਂਟ ਕਹਿੰਦੀ ਠੀਕ ਹੈ ਮੈਂ ਜਾਊਂਗੀ, ਉਸ ਤੋਂ ਬਾਅਦ ਯੂ ਕੈਨ ਅਪਲਾਈ ਯੋਰ ਵੀਜ਼ਾ ਐਪਲੀਕੇਸ਼ਨ। ਹੁਣ ਨੁਕਸਾਨ ਗੜਬੜ ਕਿੱਥੇ ਹੁੰਦੀ ਹੈ ਇੱਥੇ? ਸਪਾਊਸ ਵੀਜ਼ਾ ਕਿਉਂ ਰਿਫਿਊਜ਼ ਹੁੰਦੇ? ਦੇਖੋ ਜੀ ਪੈਸੇ ਦੀ ਤਾਂ ਪਲੈਨਿੰਗ ਹੋ ਜਾਂਦੀ ਕਿ ਜੀ ਅਸੀਂ GIC ਦੇਣਾ, ਅਸੀਂ ਫੀਸ ਦੇਣੀ, ਅਸੀਂ ਤੇਰੇ ਟਰੈਵਲਿੰਗ, ਬਟ ਇਹ ਨਹੀਂ ਪਲਾਨ ਕੀਤਾ ਜਾਂਦਾ ਕਿ ਮੈਂ ਕਿੱਦਾਂ ਜਾਣਾ, ਸਪਾਊਸ ਨੇ ਜਾਣਾ ਕਿੱਦਾਂ, ਮੇਰੀ ਕੋਈ ਡਾਕੂਮੈਂਟੇਸ਼ਨ ਪ੍ਰੋਪਰ ਹੈਗੀ ਹੈ, ਮੈਂ ਕੋਈ ਜੌਬ ਕਰਦਾ, ਮੈਂ ਕੋਈ ਔਨ ਡਾਕੂਮੈਂਟਸ ਕੁਝ ਕਰਦਾ। ਦੇਖੋ ਅੱਜ ਦੀ ਡੇਟ 'ਚ ਅਗਰ ਆਪਾਂ ਦੇਖੋ ਹਾਈ ਕਮਿਸ਼ਨ ਸਮਝਦੀ ਹੈ ਚੀਜ਼, ਇੰਡੀਆ ਦੇ ਵਿੱਚ ਕੋਈ ਵੀ ਮੈਰਿਜ ਹੁੰਦੀ ਹੈ ਹਸਬੈਂਡ ਹਮੇਸ਼ਾ ਅਰਨਿੰਗ ਹੈਂਡ ਹੁੰਦਾ ਜ਼ਿਆਦਾਤਰ। ਮੈਂ ਨਹੀਂ ਕਹੂੰਗਾ ਕਿ ਵਾਈਫਸ ਕੰਮ ਨਹੀਂ ਕਰਦੀਆਂ, ਬਟ ਜ਼ਿਆਦਾਤਰ 70% ਕੇਸਿਸ ਦੇ ਵਿੱਚ ਅਰਨਿੰਗ ਹੈਂਡ ਹਸਬੈਂਡ ਹੁੰਦਾ। ਅਗਰ ਹਸਬੈਂਡ ਦੀ ਕੋਈ ਅਰਨਿੰਗ ਨਹੀਂ ਹੈਗੀ, ਪੇਰੈਂਟਸ ਦੀ ਜ਼ਮੀਨ ਹੈਗੀ ਹੈ, ਹਸਬੈਂਡ ਕਾਗਜ਼ਾਂ 'ਚ ਕੁਝ ਕਰਦਾ ਨਹੀਂ ਪਿਆ, ਤੇ ਸਪਾਊਸ ਵੀਜ਼ਾ ਮਿਲੇਗਾ ਕਿੱਥੋਂ ਉਹਨੂੰ? ਸੋ ਸਪਾਊਸ ਵੀਜ਼ਾ ਬੜੇ ਪਲੈਨਿੰਗ ਵਾਲੀ ਚੀਜ਼ ਹੈ, ਪਹਿਲੇ ਦਿਨ ਤੋਂ ਪਲਾਨ ਕਰਕੇ ਚਲੋ। ਜਿਹੜੇ ਵੀ ਸਟੂਡੈਂਟ ਅੱਗੇ ਸੋਚ ਰਹੀ ਹੈ ਜਾਂ ਸੋਚ ਰਿਹਾ ਹੈ ਕਿ ਮੈਂ ਆਪਣੇ ਹਸਬੈਂਡ ਜਾਂ ਵਾਈਫ ਨੂੰ ਜਾਂ ਆਪਣੇ ਸਪਾਊਸ ਨੂੰ ਬਾਅਦ 'ਚੋਂ ਲੈ ਕੇ ਜਾਣਾ ਹੈ ਕੈਨੇਡਾ, ਜਾਂ ਬਾਅਦ 'ਚ ਉਹਨਾਂ ਦਾ ਵੀਜ਼ਾ ਐਪਲੀਕੇਸ਼ਨ ਫਾਈਲ ਕਰਨੀ ਹੈ, ਉਹਨੂੰ ਬੜੇ ਧਿਆਨ ਨਾਲ ਚੱਲਣਾ ਪੈਣਾ ਫਰੋਮ ਡੇ 1 ਜਦੋਂ ਦਾ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਦਾ ਪ੍ਰੋਸੈਸ ਸਟਾਰਟ ਹੋਣਾ। ਸੋ ਮੈਂ ਕਹੂੰਗਾ ਦੇਖੋ ਕਿਤੇ ਨਾ ਕਿਤੇ ਕੰਸਲਟੈਂਟਸ, ਸਪਾਊਸ ਵੀਜ਼ਾ ਦੇ ਵਿੱਚ ਕੰਸਲਟੈਂਟ ਦੀ ਨੌਲੇਜ ਬਹੁਤ ਮਾਇਨੇ ਰੱਖਦੀ ਹੈ, ਕਿਉਂਕਿ ਇੱਕ ਨਾ ਹਵਾ ਕ੍ਰੀਏਟ ਕਰ ਦਿੱਤਾ ਗਿਆ ਜ਼ਿਆਦਾਤਰ ਕੈਨੇਡਾ। ਅਗਰ ਇਫ ਯੂ ਗੋ ਟੂ ਕੈਨੇਡਾ ਦੇ ਵਿੱਚ ਜਿਹੜੇ ਕੁਆਲੀਫਾਈਡ ਲਾਇਰਸ ਬੈਠੇ ਜਾਂ ਕੁਆਲੀਫਾਈਡ ਸੋਲਿਸਿਟਰ ਜਾਂ ਬੈਰਿਸਟਰਸ ਜੋ ਵੀ ਬੈਠੇ ਹੈ, ਉਹ ਕਿੱਦਾਂ ਕਹਿੰਦੇ ਆ ਜੀ ਕਿ ਵੀ ਆਰ ਇਮੀਗ੍ਰੇਸ਼ਨ ਐਕਸਪਰਟਸ, ਵਿਲ ਗਾਈਡ ਯੂ, ਦੇ ਗਿਵ
ਉਹਨਾਂ ਨੇ ਚੈੱਕਲਿਸਟ ਤੁਹਾਨੂੰ ਦੇ ਦੇਣੀ ਹੈ, ਤੁਸੀਂ ਇਹ ਚੈੱਕਲਿਸਟ ਦੇ ਅਕੋਰਡਿੰਗਲੀ ਸਾਨੂੰ ਡਾਕੂਮੈਂਟਸ ਪ੍ਰੋਵਾਈਡ ਕਰੋ। ਹੁਣ ਉਹ ਚੈੱਕਲਿਸਟ ਦੇ ਡਾਕੂਮੈਂਟਸ ਪ੍ਰੋਵਾਈਡ ਕਰੋਗੇ ਕਿੱਦਾਂ, ਬਿਕੋਜ਼ ਤੁਸੀਂ ਤਾਂ ਪਹਿਲੇ ਪਲਾਨ ਕਰਕੇ ਚੱਲੇ ਹੀ ਨਹੀਂ। ਅਗਰ ਪਹਿਲੇ ਦਿਨ ਤੋਂ ਤੁਹਾਡੀ ਪਲੈਨਿੰਗ ਨਹੀਂ ਸੀ ਤੇ ਚੈੱਕਲਿਸਟ ਦੇ ਡਾਕੂਮੈਂਟਸ ਪੂਰੇ ਨਹੀਂ ਹੋਣੇ, ਫਿਰ ਉੱਥੇ ਬੰਦਾ ਕਿੱਥੇ ਮਾਰ ਖਾਂਦਾ ਜੀ। ਸਪਾਊਸ ਵੀਜ਼ਾ ਦੇ ਵਿੱਚ ਕੰਸਲਟੈਂਟ ਕਹਿੰਦਾ ਹੈ ਜਾਂ ਲਾਇਰ ਕਹਿੰਦਾ ਠੀਕ ਹੈ, ਆਈ ਐਮ ਗੈਟਿੰਗ ਮਾਈ ਮਨੀ, ਮੇਰੀ ਫੀਸ ਆ ਗਈ ਜੋ $1000-1500 ਮੇਰੀ ਫੀਸ ਹੈ, ਹੁਣ ਵੀਜ਼ਾ ਲੱਗੇ ਨਾ ਲੱਗੇ ਮੈਂ ਤਾਂ ਸੌਰੀ ਕਹਿਣਾ। ਸੋ ਬੱਚਿਆਂ ਦਾ ਕਰੀਅਰ ਖਰਾਬ ਹੁੰਦਾ। ਕਰੀਅਰ ਕਿੱਦਾਂ, ਇੱਕ ਸਪਾਊਸ ਨੇ ਅਗਰ ਇੱਕ ਪੈਸਾ ਸਪੈਂਡ ਕੀਤਾ ਹੈ, ਠੀਕ ਹੈ, ਇੱਕ ਰਿਲੇਸ਼ਨਸ਼ਿਪ 'ਚ ਹੈਗਾ, ਮੈਰਿਜ ਹੋਈ ਹੈ, ਵੈਲਿਡ ਮੈਰਿਜ ਹੈਗੀ ਹੈ, ਉਹ ਕਿਤੇ ਨਾ ਕਿਤੇ ਸਟੱਕਅਪ ਹੋ ਜਾਂਦੇ, ਇੱਕ ਇੰਡੀਆ 'ਚ ਇੱਕ ਕੈਨੇਡਾ 'ਚ। ਨਾ ਉਹ ਵਾਲੀ ਸਪਾਊਸ ਕੈਨੇਡਾ ਜਾ ਨਹੀਂ ਸਕਦਾ, ਸਟੂਡੈਂਟ ਜਾਂ ਜਿਹੜਾ ਵੀ ਉੱਥੇ ਵਰਕ ਪਰਮਿਟ 'ਤੇ ਉਹ ਵਾਪਸ ਆਉਣਾ ਨਹੀਂ। ਸੋ ਉਹਨੇ ਇੱਥੇ ਲਾਈਵ। ਸੋ ਬੱਚੇ ਨੂੰ ਹਰ ਇੱਕ ਨੂੰ ਧਿਆਨ ਨਾਲ ਚੱਲਣਾ ਚਾਹੀਦਾ। ਜੋ ਉਹਨੇ ਵੀ ਆਪਣਾ ਸਪਾਊਸ ਲੈ ਕੇ ਜਾਣਾ ਹੈ, ਫਰੋਮ ਡੇ 1 ਯੂ ਨੀਡ ਟੂ ਪਲਾਨ ਦ ਥਿੰਗਸ। ਦੇਖੋ ਮੈਂ ਇੱਥੇ ਕਲੀਅਰਲੀ ਇੱਕ ਚੀਜ਼ ਕਹਿਣਾ ਚਾਹੁੰਦਾ ਸਾਰੇ ਜਿੰਨੇ ਵੀ ਵਿਊਵਰਸ ਦੇਖ ਰਹੇ ਆ, ਅਗਰ ਤੁਸੀਂ ਆਪਣੇ ਸਪਾਊਸ ਦਾ ਕੇਸ ਲਗਵਾਉਣਾ ਚਾਹੁੰਦੇ ਹੋ, ਤੁਹਾਨੂੰ ਸਟੂਡੈਂਟ ਵੀਜ਼ਾ ਵੀ ਇੱਕ ਅੱਛੇ ਕੰਸਲਟੈਂਟ ਕੋ ਫਾਈਲ ਕਰਨਾ ਚਾਹੀਦਾ ਜਿਹਨੂੰ ਨੌਲੇਜ ਹੋਵੇ ਸਪਾਊਸ ਵੀਜ਼ਾ ਬਾਰੇ। ਮੈਂ ਇੱਕ ਓਪਨ ਚੈਲੰਜ ਦੇ ਰਿਹਾ, ਜਿਹੜਾ ਵੀ ਸਟੂਡੈਂਟ ਸੋਚ ਰਿਹਾ ਕਿ ਜੀ ਆਪਣੇ ਸਪਾਊਸ ਨੂੰ ਲੈ ਕੇ ਜਾਣਾ ਮੈਂ ਬਾਅਦ 'ਚੋਂ, ਮੇਰੇ ਜਾਣ ਤੋਂ ਬਾਅਦ ਸਪਾਊਸ ਵੀ ਆਉਣਾ ਚਾਹੀਦਾ ਹੈ, ਯੂ ਡੂ ਦ ਪ੍ਰੋਸੈਸਿੰਗ ਥਰੂ ਅਸ। ਸਟੂਡੈਂਟ ਵੀਜ਼ਾ ਦੀ ਪ੍ਰੋਸੈਸਿੰਗ ਤੁਸੀਂ ਸਟਾਰਟ ਕਰੋ ਸਾਡੇ ਤੋਂ, ਅਸੀਂ ਤੁਹਾਡੇ ਸਪਾਊਸ ਦਾ ਵੀ ਕੇਸ ਨਾਲ ਪ੍ਰੋਸੀਡ ਕਰਾਂਗੇ। ਰੀਜ਼ਨ ਬੀਂਗ ਉਹਦੇ ਵੀ ਡਾਕੂਮੈਂਟਸ ਜੋ ਮੈਨੇਜ ਕਰਨ ਵਾਲੇ ਹੈ, ਮੈਂ ਨਹੀਂ ਕਹਿੰਦਾ ਮੈਨੂਪੂਲੇਟ ਕਰਨੇ ਅਸੀਂ, ਬਟ ਮੈਨੇਜ ਕਰਨੇ। ਮੈਨੇਜ ਤੇ ਮੈਨੂਪੂਲੇਟ 'ਚ ਫਰਕ ਹੈਗਾ। ਮੈਨੇਜ ਕਰਾਂਗੇ ਪ੍ਰੋਪਰਲੀ ਤੇ ਤੁਹਾਡਾ ਜਿਹੜਾ ਦੋਨਾਂ ਦਾ ਸੁਪਨਾ ਹੈ ਕੈਨੇਡਾ ਪਹੁੰਚਣ ਦਾ ਪੂਰਾ ਕਰਾਂਗੇ। ਅਗਰ ਮੈਂ ਸੁਪਨਾ ਨਹੀਂ ਪੂਰਾ ਕਰ ਪਾਇਆ, ਆਈ ਵਿਲ ਪੇ ਯੂ 2 ਲੱਖ ਰੁਪੀਜ਼ ਫਰੋਮ ਮਾਈ ਓਨ ਪੋਕਟ। ਮੈਂ ਅੱਜ ਦੀ ਡੇਟ 'ਚ ਚੈਲੰਜ ਕਰਨਾ ਜੀ। ਬਿਲਕੁਲ, ਜੇਕਰ ਗੱਲ ਕਰੀਏ ਫੀਸ ਆਫਟਰ ਵੀਜ਼ਾ ਦੀ, ਤਾਂ ਇਹ ਉਹਦੇ ਤੇ ਵੀ ਚੱਲਦਾ ਹੈ, ਸਟੂਡੈਂਟ ਵੀਜ਼ਾ ਤੇ ਵੀ, ਸਪਾਊਸ ਵੀਜ਼ਾ ਤੇ ਵੀ, ਦੋਨਾਂ ਤੇ ਐਪਲੀਕੇਬਲ ਹੈ। ਦੇਖੋ ਜੀ, ਫੀਸ ਆਫਟਰ ਵੀਜ਼ਾ ਇਜ਼ ਮੋਰ ਆਫ ਅ ਮਿਥ। ਪੰਜਾਬ ਦੇ ਵਿੱਚ ਹੈ ਜਿਹੜੀ ਗਲਤ ਫਹਿਮੀ ਸਟੂਡੈਂਟਸ ਦੇ ਦਿਮਾਗ ਦੇ ਵਿੱਚ ਪਾਈ ਜਾਂਦੀ ਹੈ ਨਾ, ਬੜੀ ਗਲਤ ਹੈਗੀ ਹੈ। ਉਹਦੇ ਕਾਰਨ ਸਟੂਡੈਂਟ ਮੈਂ ਕਹੂੰਗਾ 50% ਜਿਹੜਾ ਕਰੀਅਰ ਹੈ ਨਾ ਫੀਸ ਆਫਟਰ ਵੀਜ਼ਾ ਦੇ ਚੱਕਰ 'ਚ। ਮੈਂ ਜਿਹੜੀ ਗੱਲ ਪਹਿਲੇ ਕਹੀ, ਦੇਖੋ ਹਾਈ ਕਮਿਸ਼ਨ ਹਰ ਚੀਜ਼ ਨੋਟਿਸ ਕਰਦੀ ਹੈ। ਦੇ ਆਲਸੋ ਯੂਜ਼ ਸੋਸ਼ਲ ਮੀਡੀਆ, ਸੋਸ਼ਲ ਮੀਡੀਆ, ਦੇ ਆਰ ਆਲਸੋ ਅਵੇਅਰ ਆਫ ਐਵਰੀਥਿੰਗ ਵਾਟ ਇਜ਼ ਹੈਪਨਿੰਗ ਇਨ ਪੰਜਾਬ। ਸੋ ਫੀਸ ਆਫਟਰ ਵੀਜ਼ਾ ਕਿਤੇ ਨਾ ਕਿਤੇ ਪ੍ਰਾਈਵੇਟ ਕਾਲਜਿਸ ਨੂੰ ਲੈ ਕੇ ਦਿੱਤਾ ਜਾਂਦਾ, ਜਿੱਥੇ ਫੀਸ ਭੇਜੀ ਹੀ ਨਹੀਂ ਜਾਂਦੀ। GIC ਬੱਚੇ ਨੂੰ ਕਿਹਾ ਜਾਂਦਾ ਤੁਸੀਂ ਆਪ ਪੇ ਕਰ ਦਿਓ। ਇਟਸ ਮੋਰ ਆਫ ਅ ਗੈਂਬਲ, ਕਿ ਗੈਂਬਲ ਕੀਤਾ ਜਾਂਦਾ। ਅਗਰ ਤਾਂ ਵੀਜ਼ਾ ਆ ਗਿਆ 10-20 ਲੱਖ ਲੈ ਲਾਂਗੇ, ਨਾ ਆਇਆ ਤੇ ਸੌਰੀ ਕਹਿਣਾ, ਤੁਹਾਡੇ ਕਿਹੜਾ ਪੈਸੇ ਲੱਗੇ। ਤੇ ਬੱਚਾ ਖੁਸ਼ ਹੋ ਜਾਂਦਾ, ਮੇਰਾ ਤਾਂ ਕੋਈ ਖਰਚਾ ਹੀ ਨਹੀਂ ਹੋਇਆ। ਅੰਬੈਸੀ ਫੀਸ ਇਜ਼ ਮੇਅਰਲੀ 15,600 ਦੇ ਆਸ-ਪਾਸ, ਠੀਕ ਹੈ। 15,000 ਤੁਸੀਂ ਨਾ ਬਚਾ ਕੇ ਜਿਹੜਾ ਆਪਣਾ ਕਰੀਅਰ ਇਫੈਕਟ ਕਰ ਲਿਆ, ਰੈੱਡ ਮਾਰਕ ਲਗਵਾ ਰਿਹਾ। ਅਗਰ ਤੁਹਾਡੇ ਕੰਸਲਟੈਂਟ ਨੇ ਜਿੰਨੇ ਫੀਸ ਆਫਟਰ ਵੀਜ਼ਾ ਕੀਤਾ ਸੀ, ਤੁਹਾਨੂੰ ਤਾਂ ਨੌਲੇਜ ਹੀ ਨਹੀਂ ਹੋਣੀ ਉਹਨੇ ਫਾਈਲ ਕੀ ਕੀਤਾ ਸੀ ਤੁਹਾਡੀ ਫਾਈਲ ਦੇ ਵਿੱਚ। ਅਗਰ ਉਹਨੇ ਕੁਝ ਡਾਕੂਮੈਂਟੇਸ਼ਨ ਗਲਤ ਫਾਈਲ ਕਰਤੀ ਤੇ ਸਾਰੀ ਜ਼ਿੰਦਗੀ ਉਹ ਰੈਕਟੀਫਾਈ ਨਹੀਂ ਹੋਣੀ। ਰੀਜ਼ਨ ਬੀਂਗ ਕਿ ਅੰਬੈਸੀ ਦੇ ਰਿਕਾਰਡ ਦੇ ਵਿੱਚ ਹੈਗੀ ਹੈ। ਸੋ ਫੀਸ ਆਫਟਰ ਵੀਜ਼ਾ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ। ਦੇਖੋ ਮੈਂ ਫਰੋਮ ਡੇ 1 ਕਹਿ ਰਿਹਾ, ਬੈਨਸ ਫੀਸ ਆਫਟਰ ਵੀਜ਼ਾ ਦੇ ਕੇਸਿਸ ਦੇ ਵਿੱਚ ਲੱਗਦੇ ਆ। ਰਿਫਿਊਜ਼ਲਸ ਫੀਸ ਆਫਟਰ ਵੀਜ਼ਾ, ਬੱਚਾ ਇੰਨੇ 'ਚ ਹੀ ਖੁਸ਼ ਹੈ ਜੀ, ਮੇਰੇ ਕਿਹੜਾ ਪੈਸੇ ਲੱਗੇ, ਮੇਰੇ ਘਰਦਿਆਂ ਦਾ 1 ਰੁਪਇਆ ਨਹੀਂ ਲੱਗਾ। ਉਹ 1 ਰੁਪਇਆ ਬੱਚਾ ਜਾਂ ਜੋ ਵੀ ਬਚਾਉਣ ਦੇ ਚੱਕਰ 'ਚ ਤੁਸੀਂ ਆਪਣੀ ਫੀਸ ਪੇ ਕਰੋ ਪ੍ਰੋਪਰਲੀ। ਜੋ ਤੁਹਾਡੀ ਆਫਰ ਲੈਟਰ ਤੇ ਫੀਸ ਮੈਂਸ਼ਨਡ ਹੈ ਪੇ ਕਰੋ, ਤੁਸੀਂ GIC ਪੇ ਕਰੋ। ਦੇਖੋ ਵੀਜ਼ਾ ਮਿਲਣਾ ਐਕੈਡੈਮਿਕਸ, 40% ਇਜ਼ ਅ ਰੋਲ ਆਫ ਐਕੈਡੈਮਿਕਸ, 40% ਕਿਤੇ ਨਾ ਕਿਤੇ ਹਾਊ ਵੀ ਰਿਪਰੈਜ਼ੈਂਟ ਦ ਕੇਸ, ਉਹ ਉੱਥੇ ਸਾਡਾ 40%, ਬਾਕੀ 20% ਰੱਬ ਦੇ ਹੱਥ ਵੀ ਹੈਗਾ। ਦੇਖੋ ਜੀ, ਉਹਨੇ ਅਗਰ ਤੁਹਾਡੇ ਕਿਸਮਤ 'ਚ ਲਿਖਿਆ ਤੁਸੀਂ ਜਾਣਾ ਹੀ ਜਾਣਾ। ਸੋ ਬੱਚੇ ਨੂੰ ਫੀਸ ਆਫਟਰ ਦੀ ਵੀਜ਼ਾ ਦੇ ਚੱਕਰਾਂ ਬਾਹਰ ਨਿਕਲਣਾ ਚਾਹੀਦਾ ਤੇ ਆਪਣਾ ਥੋਰੋਲੀ ਫਾਈਲਿੰਗ ਕਰੋ, ਇੱਕ ਅੱਛਾ ਕਾਲਜ ਚੂਜ਼ ਕਰੋ, ਇੱਕ ਅੱਛਾ ਕੋਰਸ ਚੂਜ਼ ਕਰੋ ਤੇ ਆਪਣਾ ਕਰੀਅਰ ਵਧੀਆ ਤਰੀਕੇ ਨਾਲ ਕੈਨੇਡਾ ਬਣਾਓ। ਜੀ ਬਿਲਕੁਲ, ਮਤਲਬ ਕਿ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਹੋ ਰਿਹਾ ਫੀਸ ਆਫਟਰ ਵੀਜ਼ਾ। ਜੀ ਬਿਲਕੁਲ ਹੋ ਰਿਹਾ। ਸੀ ਇਟਸ ਅ ਵੈਰੀ ਸਿੰਪਲ ਥਿੰਗ। ਅਗਰ ਫੀਸ ਆਫਟਰ ਵੀਜ਼ਾ ਖਿਲਵਾੜ ਮਤਲਬ ਇੱਕ ਵਿਜ਼ੀਬਲ ਹੁੰਦੀ ਨਾ ਚੀਜ਼, ਕਿ ਐਵਰੀਥਿੰਗ ਇਜ਼ ਵਿਜ਼ੀਬਲ, ਬੱਚੇ ਨੂੰ ਹਰ ਚੀਜ਼ ਪਤਾ ਹੈ, ਬਟ ਫਿਰ ਵੀ ਉਹ ਅੱਖਾਂ ਬੰਦ ਕਰਕੇ ਚੱਲ ਰਿਹਾ ਜੀ ਕਿ ਮੈਂ ਤਾਂ ਕਿਹੜਾ ਪੈਸੇ ਖਰਚ ਰਿਹਾ, ਕਰਨ ਦਿਓ ਜਿਹੜੇ ਮਰਜ਼ੀ ਕਾਲਜ ਕਰ ਰਿਹਾ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਦੇਖੋ ਜੀ ਲੋਕ ਕਾਫੀ ਕੰਸਲਟੈਂਟਸ ਹੀ ਕਹਿੰਦੇ ਆ ਕਿ ਜੀ ਫੀਸ ਆਫਟਰ ਵੀਜ਼ਾ, ਬੱਚੇ ਨੂੰ ਇਹ ਆਪਸ਼ਨ ਕਿਉਂ ਨਹੀਂ ਦਿੰਦੇ ਕਿ ਜੇ ਤੂੰ ਕਾਲਜ ਚੂਜ਼ ਕਰ, ਫੀਸ ਅਸੀਂ ਪੇ ਕਰਾਂਗੇ। ਉੱਥੇ ਉਹ ਗਲਤ ਹੋ ਜਾਣੇ। ਰੀਜ਼ਨ ਬੀਂਗ RBI ਦੀ ਗਾਈਡਲਾਈਨਸ ਦੇ ਅਗੇਂਸਟ ਚੱਲ ਜਾਣੇ। ਮੇਰੀ ਫੀਸ ਕੋਈ ਦੂਸਰਾ ਪੇ ਕਰ ਹੀ ਨਹੀਂ ਸਕਦਾ ਐਜ਼ ਪਰ RBI ਗਾਈਡਲਾਈਨਸ, ਐਜ਼ ਪਰ RBI ਨੋਰਮਸ। ਉੱਥੇ ਮੈਂ ਗਲਤ ਹੋ ਗਿਆ। ਜਾਂ ਤਾਂ ਬੱਚੇ ਨੂੰ ਆਪਸ਼ਨ ਦਿਓ ਜੀ, ਤੁਸੀਂ ਜਿਹੜਾ ਕਾਲਜ ਕਹਿੰਦੇ ਹੋ ਤੁਸੀਂ ਚੂਜ਼ ਕਰੋ, ਅਸੀਂ ਆਫਰ ਮੰਗਾਵਾਂਗੇ, ਫੀਸ ਅਸੀਂ ਪੇ ਕਰਾਂਗੇ, ਫਿਰ ਤਾਂ ਮੈਂ ਮੰਨਾਂ। ਫੀਸ ਆਫਟਰ ਵੀਜ਼ਾ ਦੇ ਵਿੱਚ ਕਾਲਜਿਸ ਉਹ ਚੂਜ਼ ਕੀਤੇ ਜਾਂਦੇ ਆ ਜਿਨ੍ਹਾਂ ਦੀ ਫੀਸ 10-12 ਹਜ਼ਾਰ ਹੁੰਦੀ ਹੈ, ਉਹ ਵੀ ਭੇਜੀ ਨਹੀਂ ਜਾਂਦੀ, ਫੀ ਰਿਸਿਪਟਸ ਇਸ਼ੂ ਕਰਾਈਆਂ ਜਾਂਦੀਆਂ ਤੇ ਵੀਜ਼ਾ ਫਾਈਲ ਹੁੰਦੇ ਆ। ਤੇ ਕਿਤੇ ਨਾ ਕਿਤੇ ਪ੍ਰਾਈਵੇਟ ਕਾਲਜਿਸ ਔਡਸ ਤੇ ਚੱਲਦੇ। ਦੇਖੋ ਜੀ, ਅਗਰ 100 ਐਪਲੀਕੇਸ਼ਨਸ ਆਈਆਂ, ਉੱਦਾਂ ਉਹਨਾਂ ਕੋਲ ਐਪਲੀਕੇਸ਼ਨਸ ਨਹੀਂ ਹੈਗੀਆਂ ਉਸ
पर्टिकुलर कॉलेजेस ਜਿਹੜੇ ਫੀਸ ਆਫਟਰ ਵੀਜ਼ਾ ਕਰਦੇ ਅਗਰ ਮੈਂ ਕਹਿੰਦਾ 10% ਅਪਰੂਵਲ ਆ ਗਿਆ ਉਹਨਾਂ ਕੋਲ 10 ਸੀਟਸ ਤਾਂ ਆ ਗਈਆਂ ਉੱਦਾਂ ਕਿਸੇ ਨੇ ਚੂਜ਼ ਨਹੀਂ ਕਰਨਾ ਬਿਕੋਜ਼ ਕੰਪੀਟੀਟਿਵ ਦੇਖੋ ਕੈਨੇਡਾ ਵੀ ਅੱਜ ਦੀ ਡੇਟ ਕੰਪੀਟੀਟਿਵ ਮਾਰਕੀਟ ਹੈ ਦੇ 100 ਆਫ ਕਾਲਜਸ 100 ਕਾਲਜਾਂ ਚੋਂ ਬੱਚਾ ਇੱਕ ਚੂਜ਼ ਕਰਦਾ ਤੇ ਹੁਣ ਉਹ ਜਿਹੜੇ ਪਾਰਟਿਕੂਲਰ ਕਾਲਜਸ ਉਹ ਕਿਤੇ ਵੀ ਲਿਸਟ 'ਚ ਆਉਂਦੇ ਨਹੀਂ ਕਿ ਬੱਚਾ ਇਹ ਪਾਰਟਿਕੂਲਰ ਕਾਲਜ ਚੂਜ਼ ਕਰੇਗਾ ਤੇ ਉਹਨਾਂ ਲਈ ਤਾਂ ਲੋਟਰੀ ਹੈ ਅਗਰ 10 ਬੱਚਿਆਂ ਦਾ ਵੀ ਅਪਰੂਵਲ ਆਇਆ ਉਹਨਾਂ ਨੂੰ ਤਾਂ ਫੀਸ ਆ ਗਈ ਕੰਸਲਟੈਂਟ ਇਸ ਲਈ ਖੁਸ਼ ਹੈ ਕਿ ਜੀ ਅਸੀਂ ਫੀਸ ਕੁਝ ਭੇਜੀ ਨਹੀਂ ਸੀ ਜੋ ਵੀ ਸੀ ਅਗਰ ਲੈਟਸ ਸੇ 7 ਲੱਖ ਫੀਸ ਸੀਗੀ ਫॉर एग्जांपल वो पर्टिकुलर कॉलेज दी असी बच्चे को 15 लाख ले लिया सो दे मेड मनी लाइक 8 लाख रुपीज़ पर स्टूडेंट अगर बना लिया 10 एप्लीकेशन चो एक भी लग गया वीज़ा फीस कितनी सी 15,000 इंटू अगर आप 10 करिए 1.5 लाख रुपया पे करके यू मेकिंग 8 लाख रुपीज़ सो ए ऑड्स दी गेम हैगी बच्चे समझते भी है बट फिर किते ना किते अनदेखा कर देंगे है क्योंकि लैक ऑफ नॉलेज लैक ऑफ अवेयरनेस क्यों दिल्ली साइड किते नहीं किया जाता फीस आफ्टर वीज़ा तुसीं बॉम्बे चले जाओ कोई कंसल्टेंट नहीं कहता दे आर वेरी गुड रेपूटेड कंपनीज कभी तुसीं सुनिया ही नहीं होना कभी एडवरटाइजमेंट ही नहीं चलती फीस आफ्टर वीज़ा पंजाब दे विच ही सिर्फ एडवरटाइजमेंट चलती फीस आफ्टर वीज़ा बिकॉज लैक ऑफ नॉलेज ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਬੱਚਿਆਂ ਨੂੰ ਨੌਲੇਜ ਨਹੀਂ ਹੈਗੀ ਪੇਰੈਂਟਸ ਅਵੇਅਰ ਨਹੀਂ ਹੈਗੇ ਦੇਖੋ ਜੀ ਹੁਣ ਇੱਕ ਜਿਹੜੇ ਐਗਰੀਕਲਚਰਿਸਟ ਪੇਰੈਂਟਸ ਹੈ ਉਹ ਕਿੰਨੀ ਕੁ ਅਵੇਅਰਨੈਸ ਰੱਖਦੇ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਥੋੜਾ ਫੇਸਬੁੱਕ ਯੂਜ਼ ਕਰਨ ਲੱਗ ਪਏ ਇੰਸਟਾਗ੍ਰਾਮ ਯੂਜ਼ ਕਰਨ ਲੱਗ ਪਏ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਲੱਗ ਰਿਹਾ ਰਹਿੰਦਾ ਬਟ ਫਿਰ ਵੀ ਜਦੋਂ ਪੈਸੇ ਦੀ ਗੱਲ ਆਉਂਦੀ ਉਹ ਅੱਖਾਂ ਬੰਦ ਕਰ ਲੈਂਦੇ ਕਿ ਜੀ ਚੱਲ ਕੋਈ ਨਹੀਂ ਸਾਡੇ ਪੈਸੇ ਤਾਂ ਨਹੀਂ ਲੱਗਦੇ ਨਾ ਉਹ ਲਵਾ ਦੇਗੇ ਇਹ ਵਿਸ਼ਵਾਸ ਹੁੰਦਾ ਹੈ ਜਿਹੜਾ ਜਤਾਇਆ ਜਾਂਦਾ ਹੈ ਬਟ ਉਹਨਾਂ ਨੂੰ ਪਤਾ ਹੁੰਦਾ ਕਿ ਕਿਤੇ ਨਾ ਕਿਤੇ ਇਹ ਵਿਸ਼ਵਾਸ ਦੇ ਵਿੱਚ ਦਮ ਨਹੀਂ ਹੈਗਾ ਸੋ ਫੀਸ ਆਫਟਰ ਵੀਜ਼ਾ it's like blurred concept है बिल्कुल गलत है जी जेकर गल करिए टूरिस्ट वीज़ा दी जाने आप स्टूडेंट वीज़ा दी गल कीती स्पाउस वीज़ा दी गल कीती टूरिस्ट वीज़ा दी कई बार अप्लाई कर दिंदे आ बट कई बार गल नहीं बन पाती तो किहड़े चीज़ां दा ध्यान रखना चाहिए कि सक्सैसफुली तुहानूं टूरिस्ट वीज़ा जरूर मिल जाए देखो जी टूरिस्ट वीज़ा कोई भी कंट्री है चाहे कैनेडा है कोई भी कंट्री थ्रू आउट द वर्ल्ड वो हमेशा चाहता है मैं टूरिज़म प्रमोट करा आप इंडिया भी प्राइम मिनिस्टर ही इज़ डन लॉट ऑफ एफर्ट्स कि जी टूरिज़म इन ਆਪਾਂ ਇੰਪਰੂਵ ਕਰੀਏ ਇਨਕਰੇਜ ਕਰੀਏ ਟੂਰਿਜ਼ਮ ਨੂੰ ਸੋ ਅਗਰ ਟੂਰਿਜ਼ਮ ਦੀ ਗੱਲ ਕਰੀਏ ਹਰ ਕੰਟਰੀ ਚਾਹੁੰਦਾ ਜੀ ਮੈਂ ਆਪਣੇ ਕੰਟਰੀ ਦਾ ਟੂਰਿਜ਼ਮ ਵਧਾਵਾਂ ਬਟ ਟੂਰਿਜ਼ਮ ਦਾ ਮਤਲਬ ਇਹ ਨਹੀਂ ਕਿ ਜੀ ਜਿਹੜਾ ਬੰਦਾ ਐਜ਼ ਅ ਟੂਰਿਸਟ ਆ ਰਿਹਾ ਉਹ ਬੈਗ ਚੁੱਕ ਕੇ ਕੰਮ ਤੇ ਜਾ ਰਿਹਾ ਗੜਬੜ ਉੱਥੇ ਹੁੰਦੀ ਹੈ ਪੰਜਾਬ ਦੇ ਲੋਕ ਅਗਰ ਐਜ਼ ਅ ਟੂਰਿਸਟ ਜਾਂਦੇ ਆ ਮੈਂ ਕਹੂੰਗਾ 10 ਤੋਂ 12% ਲੋਕ ਕੁਝ ਐਸੇ ਵੀ ਹੈਗੇ ਜੀ ਅਗਰ 6 ਮਹੀਨੇ ਰਹਿਣਾ ਅਲਾਉਡ ਹੈ ਤੇ 4-5 ਮਹੀਨੇ ਆਰਾਮ ਨਾਲ ਕੰਮ ਕਰਕੇ ਆਉਂਦੇ ਉਹ ਕਹਿੰਦੇ ਜੀ ਅਸੀਂ ਤਾਂ ਡਾਲਰ ਕਮਾ ਗਏ ਇੱਥੇ ਓਬਵੀਅਸਲੀ $1 60 ਰੁਪਏ ਦਾ ਹੋ ਗਿਆ ਇੰਨੀ ਅਰਨਿੰਗ ਤਾਂ ਇੱਥੇ ਹੈ ਨਹੀਂ ਜਿੰਨੀ ਉੱਥੇ ਹੈਗੀ ਹੈ ਅਗਰ 20-25 ਘੰਟੇ 40 ਘੰਟੇ ਹਫਤੇ 'ਚ ਕੰਮ ਕਰ ਲਿਆ ਸੋ ਟੂਰਿਸਟ ਵੀਜ਼ਾ ਦੇਖੋ ਹਰ ਕਿਸੇ ਨੂੰ ਨਹੀਂ ਮਿਲਦਾ ਇਹ ਪੰਜਾਬ 'ਚ ਐਵੇਂ ਸੁਪਨੇ ਦਿਖਾਏ ਜਾਂਦੇ ਆ ਕਿ ਜੀ ਜਿਹੜਾ ਮਰਜ਼ੀ ਇੱਕ ਪਾਸਪੋਰਟ ਲੈ ਕੇ ਆ ਜਾਏ ਤੁਹਾਨੂੰ ਟੂਰਿਸਟ ਵੀਜ਼ਾ ਮਿਲ ਗਿਆ नो रियलिटी कोई प्रैक्टिकल रियलिटी नहीं है इस चीज़ ਦੇ ਵਿੱਚ ਟੂਰਿਸਟ ਵੀਜ਼ਾ ਦੇਖੋ ਉਸ ਬੰਦੇ ਨੂੰ ਮਿਲਦਾ ਹੈ ਜਿਹਦਾ ਇੰਡੀਆ ਦੇ ਵਿੱਚ ਅੱਛਾ ਬੇਸ ਹੋਏ ਅੰਬੈਸੀ ਇਹ ਦੇਖਦੀ ਹੈ ਕਿ ਉਹਦੇ ਕੋ ਕੋਈ ਵਾਪਸ ਆਉਣ ਦਾ ਕਾਰਨ ਹੈਗਾ ਵਾਪਸ ਆਉਣ ਦਾ ਕਾਰਨ ਇਨ ਦਾ ਸੈਂਸ ਉਹਦੀ ਇੱਕ ਆਪਣੇ ਕੰਟਰੀ ਦੇ ਵਿੱਚ ਇਨਕਮ ਸਟੇਬਿਲਿਟੀ ਇਕਨੋਮਿਕ ਸਟੇਬਿਲਿਟੀ ਹੈਗੀ ਹੈ ਅਗਰ ਉਹ ਸਟੇਬਿਲਿਟੀ ਹੈਗੀ ਹੈ ਡੈਫੀਨੇਟਲੀ ਉਹ ਉੱਥੇ ਨਹੀਂ ਰਹੇਗਾ ਬਟ ਜਿਹਦੀ ਇਕਨੋਮਿਕ ਸਟੇਬਿਲਿਟੀ ਨਹੀਂ ਹੈਗੀ ਇੰਡੀਆ ਦੇ ਵਿੱਚ ਜਿਹਦੀ ਇੱਕ ਪ੍ਰੋਪਰ ਇਨਕਮ ਨਹੀਂ ਹੈਗੀ ਜਿਹਦੀ ਇੱਕ ਉਹ ਹੁੰਦੀ ਹੈ ਨਾ ਸਟੇਬਲ ਇਨਕਮ ਕਹਿੰਦੇ ਅਸੀਂ ਕਿ ਜੀ ਅਗਰ ਮੈਂ ਸਾਲ ਦਾ 10 ਲੱਖ ਕਮਾ ਰਿਹਾ ਤੇ ਹਰ ਸਾਲ ਮੇਰੀ ਇਨਕਮ ਵਾਸ 10 ਲੱਖ ਅਗਰ ਉਹ ਸਟੇਬਿਲਿਟੀ ਨਹੀਂ ਹੈਗੀ ਇਨਕਮ ਦੇ ਵਿੱਚ ਤੇ ਟੂਰਿਸਟ ਵੀਜ਼ਾ ਨਹੀਂ ਮਿਲਣਾ ਹੁਣ ਐਗਰੀਕਲਚਰਿਸਟ ਨਾਲ ਧੋਖਾ ਕਿੱਥੇ ਹੁੰਦਾ ਜੀ ਦੇਖੋ 70 to 80% ਆਪਾਂ ਐਗਰੀਕਲਚਰਿਸਟ ਦੀ ਗੱਲ ਕਰੀਏ ਇਨਕਮ ਟੈਕਸ ਰਿਟਰਨਸ ਨਹੀਂ ਫਾਈਲ ਕਰਦੇ they depend on J forms ਚਲੋ ਗਵਰਨਮੈਂਟ ਨੇ ਇੱਕ ਪ੍ਰੋਸੀਜਰ ਚੇਂਜ ਕਰਤਾ ਇਟਸ ਗੁੱਡ ਅਮਾਊਂਟ ਇਜ਼ ਕਮਿੰਗ ਇਨ देयर ओन ਅਕਾਊਂਟਸ ਰਾਈਟ ਬਟ ਹੁਣ ਜੇ ਫਾਰਮਸ ਕਿਤੇ ਨਾ ਕਿਤੇ ਟਰਾਂਸਲੇਟ ਪਹਿਲੇ ਜ਼ਮਾਨਾ ਐਸਾ ਸੀ ਜੀ ਮੇਰੀ ਜ਼ਮੀਨ ਹੈ ਜੇ ਫਾਰਮ ਕਿਸੇ ਹੋਰ ਦੇ ਨਾਮ ਤੇ ਬਣ ਰਹੇ ਸੋ ਉਹ ਚੀਜ਼ਾਂ ਹੋ ਰਹੀਆਂ ਸੀਗੀਆਂ ਤੇ ਕਿਤੇ ਨਾ ਕਿਤੇ ਹਾਈ ਕਮਿਸ਼ਨ ਵੀ ਇਹ ਚੀਜ਼ ਨੂੰ ਸਮਝਦਾ ਕਿ ਜੀ ਅਗਰ ਐਗਰੀਕਲਚਰਿਸਟ ਜੇ ਫਾਰਮਸ ਮੈਨੇਜ ਕਰਦਾ ਸੋ ਧੋਖਾ ਉਹਨਾਂ ਨਾਲ ਕੀਤਾ ਜਾਂਦਾ ਜੀ ਤੁਸੀਂ ਸਿਰਫ ਉਹ ਕਹਿੰਦੇ ਜੀ ਫੀਸ ਆਫਟਰ ਅਸੀਂ ਵੀਜ਼ਾ ਲਵਾਂਗੇ ਸਿਰਫ ਪਾਸਪੋਰਟ ਦੇ ਦਿਓ ਨਾ ਪੈਨ ਕਾਰਡ ਲਿਆ ਜਾਂਦਾ ਆਧਾਰ ਕਾਰਡ ਸੋ ਮੈਨੂੰ ਨਹੀਂ ਸਮਝ ਆਉਂਦੀ ਹੈ ਕਿਉਂ ਲੋਕ ਫਸਦੇ ਆ ਚੱਕਰਾਂ 'ਚ ਕਿ ਤੁਸੀਂ ਚਾਹੁੰਦੇ ਕਿਉਂ ਦੇਖੋ ਅਗਰ ਤੁਸੀਂ ਵਾਕਈ ਜੈਨੂਇਨਲੀ ਘੁੰਮਣ ਜਾਣਾ ਹੈ ਕੈਨੇਡਾ ਸੋ ਦੇਰ ਇਜ਼ ਅ ਪ੍ਰੋਪਰ ਪ੍ਰੋਸੀਜਰ ਤੁਸੀਂ ਆਪਣੀ ਡਾਕੂਮੈਂਟੇਸ਼ਨ ਪ੍ਰੋਪਰਲੀ ਰੈਡੀ ਕਰੋ ਮੈਂ ਕਹਿੰਦਾ ਜੀ 2 ਮਹੀਨੇ ਲੱਗਣ 4 ਮਹੀਨੇ ਲੱਗਣ 6 ਮਹੀਨੇ ਲੱਗਣ ਪਰ ਉਹਨੂੰ ਪ੍ਰੋਪਰਲੀ ਰੈਡੀ ਕਰੋ ਤੇ ਤੁਸੀਂ ਜ਼ਰੂਰ ਜਾਓਗੇ ਅਗਰ ਤੁਸੀਂ ਉਹੀ ਫੀਸ ਆਫਟਰ ਵੀਜ਼ਾ ਦੇ ਚੱਕਰਾਂ 'ਚ ਸਿਰਫ ਪਾਸਪੋਰਟ ਦੇ ਕੇ ਸੋਚੋ ਕਿ ਜੀ ਮੇਰਾ ਵੀਜ਼ਾ ਲੱਗ ਜਾਣਾ ਇੱਦਾਂ ਦਾ ਕੁਝ ਨਹੀਂ ਹੋਣਾ ਦੇਖੋ ਹਰ ਚੀਜ਼ ਐਨਾਲਾਈਜ਼ ਹੁੰਦੀ ਹਾਈ ਕਮਿਸ਼ਨ ਵੱਲੋਂ ਸਟੇਬਿਲਿਟੀ ਇਨ ਇਨਕਮ ਤੁਹਾਡੇ ਰਿਲੇਸ਼ਨਸ ਇਨ ਇੰਡੀਆ ਤੁਹਾਡੇ ਫੈਕਟਰ ਵੀ ਰਹਿੰਦੇ ਦੇਖੋ ਏਜ ਫੈਕਟਰ ਸੀ ਅੱਜ ਦੀ ਡੇਟ ਅਗਰ ਆਪਾਂ ਗੱਲ ਕਰੀਏ ਤੁਸੀਂ ਅਗਰ ਕੈਨੇਡਾ ਕਦੀ ਜਾਓ ਤੁਸੀਂ ਇਹ ਵੀ ਦੇਖੋਗੇ ਅਗਰ ਅ ਪਰਸਨ ਹੂ 60 ਇਅਰਸ 올ਡ ਉਹ ਵੀ ਟੂਰਿਸਟ ਵੀਜ਼ਾ ਤੇ ਆ ਕੇ ਕੰਮ ਕਰਦਾ ਹੈ
ਸੋ ਏਜ ਫੈਕਟਰ ਕਿਤੇ ਨਾ ਕਿਤੇ ਪੰਜਾਬ ਲਈ ਨਹੀਂ ਮੈਟਰ ਕਰਦੀ। ਮੈਂ ਕਹੂੰਗਾ ਕਿ ਅਗਰ ਹਾਈ ਕਮਿਸ਼ਨ ਸੋਚੇ ਕਿ ਜੀ ਹੀ ਇਜ਼ ਅਬਵ 60 ਹੀ ਮਾਈਟ ਨਾਟ ਵਰਕ, ਹੀ ਇਜ਼ ਗੋਇੰਗ ਓਨਲੀ ਐਜ਼ ਅ ਟੂਰਿਸਟ। ਸੋ ਇਹ ਚੀਜ਼ ਨਹੀਂ ਹੈਗੀ ਪ੍ਰੈਕਟੀਕਲੀ। ਅਗਰ 60 ਦਾ ਹੈਗਾ ਮੈਂ, ਮੇਰੇ ਕੋਲ ਇਨਕਮ ਕੀ ਹੈਗੀ ਇੰਡੀਆ ਦੇ ਵਿੱਚ, ਅਗਰ ਮੇਰੇ ਕੋਲ ਇੰਡੀਆ 'ਚ ਇਨਕਮ ਨਹੀਂ ਹੈਗੀ ਮੈਂ ਵਾਪਸ ਕਿਉਂ ਆਊਂਗਾ? ਅਗਰ ਵਾਪਸ ਆਉਣਾ ਵੀ ਹੈ 4-6 ਮਹੀਨੇ ਕੰਮ ਕਰਕੇ ਆਊਂਗਾ। ਸੋ ਅਗਰ ਤੁਹਾਡੀ ਸਟੇਬਲ ਇਨਕਮ ਹੈ, ਇੱਕ ਅੱਛਾ ਪਿੱਛੋਂ ਬੈਕਗਰਾਊਂਡ ਅੱਛਾ, ਤੁਹਾਡੀ ਫੈਮਿਲੀ ਸਟੇਬਲ ਹੈ। ਹੁਣ ਅਗਰ ਐਟ ਦ ਏਜ ਆਫ 60 ਮਾਈ ਸਨਸ ਆਰ ਜਾਂ ਮਾਈ ਚਿਲਡਰਨ ਆਰ ਨਾਟ ਡੂਇੰਗ ਐਨੀਥਿੰਗ ਇਨ ਇੰਡੀਆ, ਉਹ ਵਿਹਲੇ ਘੁੰਮ ਰਹੇ ਆ, ਉਹਨਾਂ ਦਾ ਸੋਰਸ ਆਫ ਇਨਕਮ ਸਿਰਫ ਮੇਰੀ ਇਨਕਮ ਹੈ ਜੋ ਮੇਰੀ ਐਗਰੀਕਲਚਰ ਲੈਂਡ ਤੋਂ ਹੈ, ਤੇ ਕਿੱਥੋਂ ਵੀਜ਼ਾ ਮਿਲ ਜਾਏਗਾ ਕੈਨੇਡਾ ਦਾ? ਸੋ ਕੈਨੇਡਾ ਦੇਖੋ ਜੀ, ਹਰ ਚੀਜ਼ ਮੈਂ ਕਹੂੰਗਾ ਵੀਜ਼ਾ ਮਿਲ ਸਕਦਾ ਹੈ, ਬਟ ਥੋੜਾ ਧਿਆਨ ਨਾਲ अपने पहले प्रॉपर प्लैनिंग ना चलो, इनकम स्टेबिलिटी डॉक्यूमेंट सारे मैनेज करो। चलो इस मीडियम राही मैं एक सारे एग्रीकल्चरिस्ट ਨੂੰ रिक्वेस्ट करना चाहना, ਤੁਸੀਂ देखो इनकम टैक्स रिटर्नस ਜ਼ਰੂਰ फाइल ਕਰਨੀਆਂ ਚਾਹੀਦੀਆਂ ਤੁਹਾਨੂੰ। ਤੁਹਾਡਾ ਕੋਈ ਗਵਰਨमेंट ऑफ इंडिया टैक्स नहीं इंपोज करती ਤੁਹਾਨੂੰ, ਤੁਹਾਡੇ ਤੇ ਕੋਈ ਟੈਕਸ ਨਹੀਂ ਹੈਗਾ, ਚਾਹੇ ਸੈਲਫ ਡਿਕਲੇਅਰਡ ਇਨਕਮ ਹੈ, ਚਾਹੇ ਤੁਸੀਂ 10 ਲੱਖ ਕਹੋ ਚਾਹੇ 12 ਲੱਖ ਕਹੋ। ਬਟ ਇੱਕ ਵਾਰ ਤੁਹਾਡੇ ਉਹ ਡਾਕੂਮੈਂਟਸ ਤੇ ਆ ਗਈ, ਇਟ ਕਾਂਟ ਬੀ ਚੈਲੰਜਡ ਬਾਈ ਐਨੀ ਡਿਪਾਰਟਮੈਂਟ। ਸੋ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਅਗਰ ਟੂਰਿਸਟ ਵੀਜ਼ਾ ਲੈਣਾ ਹੈ ਪ੍ਰੋਪਰਲੀ ਮੈਨੇਜ ਕਰਕੇ ਚਲੋ। ਦੇਖੋ ਉਹੀ ਗੱਲ ਆ ਗਈ, ਫਿਰ ਤੁਸੀਂ ਯੂ ਹੈਵ ਟੂ ਲੈਂਡ ਇਨ ਦ ਰਾਈਟ ਪਲੇਸ। ਅਗਰ ਇੱਕ ਸਕਸੈਸਫੁਲ ਵੀਜ਼ਾ ਐਪਲੀਕੇਸ਼ਨ ਲਈ ਰਾਈਟ ਪਲੇਸ ਕਿੱਦਾਂ ਐਨਾਲਾਈਜ਼ ਕਰਦਾ? ਅੱਜ ਦੀ ਡੇਟ 1000 ਕੰਸਲਟੈਂਟ ਹੈ, ਬੰਦਾ ਜਾਂਦਾ, ਹਰ ਕੋਈ ਇਹ ਕਹਿੰਦਾ ਕਿ ਜੀ ਮੈਂ ਵੀਜ਼ਾ ਲਗਵਾ ਕੇ ਦੇਵਾਂਗਾ, ਕੋਈ ਇਹ ਨਹੀਂ ਕਹਿੰਦਾ ਨਹੀਂ ਲੱਗੇਗਾ। ਠੀਕ ਹੈ ਜੀ, ਹਰ ਕਿਸੇ ਨੂੰ ਪਤਾ ਹੈ ਕਿ ਜੀ ਮੈਂ ਚਾਹੇ ਵੀਜ਼ਾ ਲੱਗਾ ਨਾ ਲੱਗਾ, ਪ੍ਰੋਸੈਸਿੰਗ ਫੀਸ ਮੇਰੇ ਕੋਲ ਆ ਗਈ। ਬਟ ਕਿਆ ਤੁਹਾਨੂੰ ਇੰਨਾ ਤੇ ਐਨਾਲਾਈਜ਼ ਕਰ ਸਕਦੇ ਹੋ ਕਿ ਅਗਲਾ ਜੋ ਤੁਹਾਨੂੰ ਗਾਈਡ ਕਰ ਰਿਹਾ ਹੈ ਕਿਸ ਤਰੀਕੇ ਨਾਲ ਗਾਈਡ ਕਰ ਰਿਹਾ ਹੈ, ਜਾਂ ਜਿਹੜਾ ਤੁਹਾਨੂੰ ਪ੍ਰੋਸੀਜਰ ਦੱਸ ਰਿਹਾ ਵੈਦਰ ਇਟਸ ਰਾਈਟ ਪ੍ਰੋਸੀਜਰ। ਸੋ ਇਹ ਚੀਜ਼ ਦਾ ਧਿਆਨ ਰੱਖੋ। ਟੂਰਿਸਟ ਵੀਜ਼ਾ ਮੁਸ਼ਕਿਲ ਨਹੀਂ ਹੈ, ਬਟ ਥੋੜਾ ਪਲੈਨਿੰਗ ਵਾਲੀ ਚੀਜ਼ ਹੈ। ਅਗਰ ਗਲਤ ਜਗ੍ਹਾ ਲੈਂਡ ਕਰ ਗਏ ਤੁਸੀਂ, ਗਲਤ ਕੰਸਲਟੈਂਟ ਕੋ ਚਲੇ ਗਏ ਤੇ ਵੀਜ਼ਾ ਨਹੀਂ ਲੱਗਣਾ। ਤੇ ਇੱਕ ਵਾਰ ਮੈਂ ਹਮੇਸ਼ਾ ਕਹਿੰਦਾ ਰੈੱਡ ਮਾਰਕ ਗ੍ਰੀਨ 'ਚ ਕਨਵਰਟ ਕਰਨਾ ਇਜ਼ ਗੋਇੰਗ ਟੂ ਬੀ ਵੈਰੀ ਡਿਫਿਕਲਟ। ਜੇ ਕਿਸੇ ਦੀ ਉਮਰ 25 ਤੋਂ 30 ਸਾਲ ਦੇ ਵਿੱਚ ਹੈ, ਉਹਨਾਂ ਨੇ ਫਾਈਲ ਵੀ ਅਪਲਾਈ ਕਰਨੀ ਹੈ ਔਰ ਉਸ ਤੋਂ ਪਹਿਲੇ ਉਹ ਟੂਰਿਸਟ ਵੀਜ਼ਾ ਵੀ ਲਗਵਾਉਣਾ ਚਾਹੁੰਦੇ ਨੇ, ਤਾਂ ਇਹ ਪੋਸੀਬਲ ਹੈ? ਜੇ ਰਿਫਿਊਜ਼ਲ ਆ ਜਾਏ ਟੂਰਿਸਟ ਵੀਜ਼ਾ ਦੇ ਵਿੱਚ ਤਾਂ ਫਿਰ ਅੱਗੇ ਫਾਈਲ ਤੇ ਵੀ ਇੰਪੈਕਟ ਪਏਗਾ? ਸੀ ਦੇਖੋ, ਅੰਬੈਸੀ ਇਹ ਨਹੀਂ ਕਹਿੰਦੀ ਕਿ ਦੁਬਾਰਾ ਨਾ ਫਾਈਲ ਕਰੋ। ਦੇਰ ਇਜ਼ ਆਲਵੇਜ਼ ਰਿਫਿਊਜ਼ਲ ਦੇ ਵਿੱਚ ਤੁਸੀਂ ਕੋਈ ਵੀ ਰਿਫਿਊਜ਼ਲ ਦੇਖ ਲਓ, ਉਹਦੇ ਤੇ ਲਿਖਿਆ ਹੁੰਦਾ ਯੂ ਆਰ ਵੈਲਕਮ ਟੂ ਰੀਅਪਲਾਈ, ਰਾਈਟ, ਇਫ ਸਬਜੈਕਟ ਟੂ ਦ ਕੰਡੀਸ਼ਨ, ਇਫ ਦੇਰ ਇਜ਼ ਅ ਚੇਂਜ, ਇਹ ਵਰਡਿੰਗ ਹੁੰਦੀ, ਰਾਈਟ, ਇਨ ਯੋਰ ਸਰਕਮਸਟਾਂਸਿਸ ਔਰ ਐਨੀਥਿੰਗ। ਹੁਣ ਚੇਂਜ ਅਗਰ 25 ਤੋਂ 30 ਸਾਲ ਦੀ ਤੁਸੀਂ ਗੱਲ ਕੀਤੀ, ਰਾਈਟ, ਐਟ 25 ਤੋਂ 30 ਇੱਕ ਬੰਦਾ ਸਟਾਰਟਰ ਹੁੰਦਾ, ਰਾਈਟ, ਉਹ ਜੌਬ ਇੰਡਸਟਰੀ ਦੇ ਵਿੱਚ ਜੋ ਵੀ ਬਿਜ਼ਨਸ ਸਟਾਈਲ ਆਪਣੇ ਪੇਰੈਂਟਸ ਦਾ ਜੁਆਇਨ ਕੀਤਾ, ਬਿਕਾਜ਼ ਇੰਡੀਆ 'ਚ ਜਰਨਲੀ 23-24 ਸਾਲ ਤੱਕ ਹਰ ਬੰਦਾ ਪੜ੍ਹਦਾ। ਅਗਰ ਆਪਾਂ ਨੋਰਮਲ ਟ੍ਰੈਂਡ ਦੇਖੀਏ, ਇੰਜੀਨੀਅਰਿੰਗ ਕਰਨੀ ਹੈ ਜਾਂ BCom ਕਰਨੀ ਜਾਂ ਮਾਸਟਰਸ ਕਰਨੀ, 23-24, ਸੋ ਇੱਕ ਸਟਾਰਟ ਹੁੰਦਾ ਕਰੀਅਰ ਦਾ। ਦੇਖੋ ਜੀ, ਅਗਰ ਤਾਂ ਤੁਸੀਂ ਤੁਹਾਡੀ ਇਨਕਮ ਸਟੇਬਿਲਿਟੀ ਹੈਗੀ ਹੈ ਤੇ ਤੁਸੀਂ ਜ਼ਰੂਰ ਜਾ ਸਕਦੇ ਹੋ। ਅਗਰ ਇਨਕਮ ਸਟੇਬਿਲਿਟੀ ਨਹੀਂ ਹੈਗੀ, ਮੈਂ ਕਹੂੰਗਾ ਦੇਖੋ ਆਪਣਾ ਪ੍ਰੋਫਾਈਲ ਨਾ ਖਰਾਬ ਕਰੋ, ਕਿਉਂਕਿ ਕੈਨੇਡਾ ਗਲੋਬ ਤੇ ਜਦੋਂ ਮਰਜ਼ੀ ਘੁਮਾ ਲਿਓ, ਉੱਥੇ ਹੀ ਰਹਿਣਾ, ਕਿਤੇ ਨਹੀਂ ਜਾਣਾ। ਅੱਜ ਨਹੀਂ ਤਾਂ ਕੱਲ੍ਹ ਤੁਸੀਂ ਸਾਲ ਬਾਅਦ ਜਾਓ, 1.5 ਸਾਲ ਬਾਅਦ ਜਾਓ, ਬਟ ਆਪਣਾ ਪ੍ਰੋਫਾਈਲ ਨਾ ਕਿਤੇ ਇਫੈਕਟ ਕਰਨਾ ਗਲਤ ਸਟੈਪ ਚੁੱਕ ਕੇ। ਅਗਰ ਤੁਸੀਂ ਸਟਾਰਟਅਪ ਹੋ ਗਏ, ਅਗਰ ਤੁਸੀਂ ਅੱਛੀ ਕੰਪਨੀ ਜੌਬ ਕਰਦੇ ਹੋ, ਤੁਹਾਡੀ ਇੱਕ ਅੱਛੀ ਡੀਸੈਂਟ ਸੈਲਰੀ ਹੈ, ਕੰਪਨੀ ਤੁਹਾਨੂੰ ਪਰਮਿਸ਼ਨ ਦਿੰਦੀ ਹੈ ਦੈਟ ਯੂ ਆਰ ਅਲਾਊਡ ਟੂ ਟਰੈਵਲ ਫॉर 10-15 ਡੇਜ਼ ਵਾਟ ਐਵਰ ਇਟ ਇਜ਼, ਤੇ ਤੁਸੀਂ ਜ਼ਰੂਰ ਆਪਣਾ ਐਪਲੀਕੇਸ਼ਨ ਕਰੋ। ਬਟ अपना प्रोफाइल पहले एनालाइज जरूर कराओ एक प्रॉपर तरीके दे नाल कि वैदर यू आर एलिजिबल, वैदर देयर इज एनी चांस ऑफ रिफ्यूजल और नॉट। ਤਾਂ ਅੱਜ ਅਸੀਂ ਗੱਲ ਕੀਤੀ ਸਟੂਡੈਂਟ ਵੀਜ਼ਾ ਦੀ, ਸਪਾਊਸ ਵੀਜ਼ਾ ਦੀ ਔਰ ਟੂਰਿਸਟ ਵੀਜ਼ਾ ਦੀ, ਔਰ ਮੈਨੂੰ ਉਮੀਦ ਹੈ ਕਿ ਲੋਕਾਂ ਦੇ ਦਿਲਾਂ ਦੇ ਵਿੱਚ, ਮਨਾਂ ਦੇ ਵਿੱਚ ਜਿੰਨੇ ਵੀ ਡਾਊਟਸ ਹੋਣਗੇ, ਜਿਸ ਤਰ੍ਹਾਂ ਤੁਹਾਡੇ ਨਾਲ ਫਰਾਡ ਕੀਤਾ ਜਾਂਦਾ ਹੈ, ਫ੍ਰੀ ਤੁਹਾਡਾ ਵੀਜ਼ਾ ਲਗਾ ਦਿੱਤਾ ਜਾਏਗਾ, ਆਲ ਫੀਸ ਆਫਟਰ ਵੀਜ਼ਾ, ਜੇ ਤੁਹਾਡਾ ਫਰਾਡ ਕੀਤਾ ਜਾ ਰਿਹਾ ਤੁਹਾਡੇ ਨਾਲ, ਕਿਸ ਤਰ੍ਹਾਂ ਚੌਕੰਨਾ ਹੋਣ ਦੀ ਲੋੜ ਹੈ, ਔਰ ਆਪਣੇ ਭਵਿੱਖ ਨੂੰ ਜੇਕਰ ਤੁਸੀਂ ਸਾਕਾਰ ਕਰਨਾ ਹੈ, ਜਿਸ ਤਰ੍ਹਾਂ ਉਸਨੂੰ ठीक करके रखना है, तो बहुत ज़रूरी है कि तुसी सही कंसल्टेंट को ही जाओ, सही कंसल्टेंट को मिल के अपने सवालों का जवाब लो और सही तरीके दे नाल फाइल अप्लाई की जाए। तो उम्मीद है तुहानू इंटरव्यू पसंद आई होगी। इजाज़त लवांगे और अलविदा आखांगे जिन्हें भी दर्शक साडे नाल जुड़े हुए ने। तां डेली पोस्ट पंजाबी ते साडे नाल जुड़न दी बहुत बहुत धन्यवाद। थैंक यू, थैंक्स अ लॉट जी। तां अज साडे नाल अचल छाबड़ा जी जुड़े सी विनेयर एजुकेशनस तो, उन्होंने चानना पाया कि किस तरीके दे नाल जेकर तुसी फाइल लगाना चाहते हो, चाहे वो स्टूडेंट वीज़ा दी होए, चाहे वो स्पाउस वीज़ा दी होए, चाहे वो टूरिस्ट वीज़ा लई तुसी जाना चाहते हो, तो किहड़ी चीज़ां दा तुसी ध्यान रखना है, कित्थे तुसी गलतियां कर बैठते हो जिस तो बाद तुहानू नुकसान भुगतना पैंदा है, किहड़ियां चीज़ां दा तुसी ध्यान रखो, इस दे बारे अज तुहाडे नाल जानकारी सांझी कीती। सो उम्मीद है तुहानू इंटरव्यू पसंद आई होगी। मैनू दिओ इजाज़त, धन्यवाद।